ਇਹ ਅਮਿਤ ਸ਼ਾਹ ਹੈ ਕੌਣ? ਸਾਡਾ ਹੋਮ ਮਿਨਿਸਟਰ ਤਾਂ ਹੈਗਾ, ਮੰਨ ਲਈ ਗੱਲ, ਪਰ ਇਹ ਚਨਕਿਆ ਨੀਤੀ ਵਾਲਾ ਹੈ। ਇਹ ਉਹ ਬੰਦਾ ਹੈ ਜਿਹੜਾ ਹਰ ਥਾਂ ਦੇ ਉੱਤੇ ਜਾ ਕੇ ਕੀ ਕੁੰਡੀ ਕਰਦਾ, ਕੀ ਉੱਥੇ ਜਾ ਕੇ ਇਹ ਕਰਦਾ ਕਿ ਇਹਦਾ ਕੰਮ ਹੈ ਲੋਕਾਂ ਨੂੰ ਜੁੜੇ ਹੋਏ ਲੋਕਾਂ ਨੂੰ ਪਾੜ ਕੇ ਤੇ ਡਿਵਾਈਡ ਐਂਡ ਰੂਲ ਪਾਲਿਸੀ ਦੇ ਉੱਤੇ ਅਮਲ ਕਰਕੇ ਫਿਰ ਉਹਨਾਂ ਨੂੰ ਜਜ਼ਬਾਤੀ ਤੌਰ ਤੇ ਇਮੋਸ਼ਨਲੀ ਬਲੈਕਮੇਲ ਕਰਕੇ ਹਿੰਦੂਤਵਾ ਦੇ ਨਾਂ ਤੇ ਉਹ ਹਿੰਦੂ ਵੋਟ ਨੂੰ ਇੱਕ ਸਾਈਡ ਤੇ ਜਿਹੜੇ ਮਾਰਜਨਲਾਈਜ਼ ਕਰਕੇ ਪੋਲਰਾਈਜੇਸ਼ਨ ਕਰਦਾ ਹੈ। ਹੋਰ ਇਹਦੇ ਕੋਲ ਹੱਥ ਪੱਲੇ ਕੱਖ ਨਹੀਂ। ਦੇਖੋ, ਜਿਹੜੇ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਜਿਹੜੇ ਗੱਲ ਕਰਨ ਨੂੰ ਤਿਆਰ ਨਹੀਂ ਸੀ, ਜਿਹੜੇ ਸਾਡੇ ਕਿਸਾਨ ਲੀਡਰਾਂ ਨੂੰ ਦਿੱਲੀ ਬੁਲਾ ਕੇ ਬੇਰੰਗ ਮੋੜ ਦਿੰਦੇ ਸੀ, ਉਸ ਸਰਕਾਰ ਦਾ ਸੈਕੰਡ ਹਾਈਐਸਟ ਪਾਵਰਫੁਲ ਬੰਦਾ ਹੁਣ ਇਹ ਗੱਲ ਕਹਿ ਰਿਹਾ ਵੀ ਨਹੀਂ ਅਸੀਂ ਅਮੈਂਡਮੈਂਟ ਕਰ ਦਿੰਨੇ ਆ, ਤਾਂ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਨੈਤਿਕ ਜਿੱਤ ਹੈ ਸਾਡੀ ਕਿਸਾਨਾਂ ਦੀ। ਕਿ 13 ਜਥੇਬੰਦੀਆਂ ਗਈਆਂ ਕਿਉਂ? ਉਹਨਾਂ ਨੂੰ ਜਵਾਬ ਦੇ ਦੇਣਾ ਚਾਹੀਦਾ ਸੀਗਾ ਵੀ ਅਮਿਤ ਸ਼ਾਹ ਜੀ ਕਿੰਨੇ ਬੰਦੇ ਬੁਲਾਏ ਆ। ਜੇ ਉਹ ਕਹਿੰਦਾ 40 ਬੁਲਾਏ ਤਾਂ ਜਾਂਦੇ, ਨਹੀਂ ਤਾਂ ਕਹਿੰਦੇ ਸਾਨੂੰ ਲੋੜ ਨਹੀਂ ਤੇਰੇ ਨਾਲ ਗੱਲ ਕਰਨ ਦੀ। ਪਰ ਇਹ ਕਿਉਂਕਿ ਜਿਹੜੇ ਜਥੇਬੰਦੀਆਂ ਬੁਲਾਈਆਂ ਗਈਆਂ ਉਹਨਾਂ 'ਚ ਪੰਜਾਬ ਦੀਆਂ ਜਥੇਬੰਦੀਆਂ ਬਹੁਤ ਘੱਟ ਸੀਗੀਆਂ, ਬਾਹਰਲੀਆਂ ਜਿਹੜੀਆਂ ਜਥੇਬੰਦੀਆਂ ਉਹ ਜ਼ਿਆਦਾ ਸੀਗੀਆਂ। ਉਹਨਾਂ 'ਚੋਂ ਕੁਝ ਸਿਆਸੀ ਵੀ ਝੁਕਾਅ ਰੱਖਦੀਆਂ ਨੇ, ਸੋ ਉਹਨਾਂ ਨੂੰ ਬੁਲਾਇਆ, ਲੇਕਿਨ ਉਹ ਤਕੜੀਆਂ ਰਹੀਆਂ ਵੀ ਉਹਨਾਂ ਨੇ ਅਮਿਤ ਸ਼ਾਹ ਦੀ ਗੱਲ ਸਾਰੀ ਸੁਣ ਕੇ ਕਿਹਾ ਨਹੀਂ ਜੀ ਸੌਰੀ। ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਅਮਿਤ ਸ਼ਾਹ ਨੂੰ ਇਹ ਕਿਹਾ ਵੀ ਅਸੀਂ ਡਿਸਕਸ਼ਨ ਕੋਈ ਨਹੀਂ ਕਰਨੀ, ਅਸੀਂ ਤੇ ਫੈਸਲਾ ਲੈਣਾ ਹੈ ਤੁਹਾਡੇ ਕੋਲ। ਤੇ ਉਹਨੇ ਕਹਿਤਾ ਵੀ ਨਹੀਂ ਅਸੀਂ ਇੰਪਲੀਮੈਂਟ ਕਰਨ ਨੂੰ ਤਿਆਰ ਹੈ। ਅੱਜ ਆਫੀਸ਼ੀਅਲੀ ਡਾਕੂਮੈਂਟ ਆ ਗਿਆ। ਦੇਖੋ, ਇਹ ਬੜੀ ਪੋਜ਼ਿਟਿਵ ਗੱਲ ਹੈ। ਅੱਜ ਸਰਕਾਰ ਦਾ ਜਿਹੜਾ ਡਾਕੂਮੈਂਟ ਆਇਆ, ਮੈਂ ਵੀ ਹੁਣੇ ਪੜ੍ਹਿਆ, ਉਹਦੇ ਤੇ ਕੁਝ ਪੁਆਇੰਟਾਂ ਤੇ ਉਹਨਾਂ ਨੇ ਕੁਝ ਕੰਕਰੀਟ ਗੱਲਾਂ ਕੀਤੀਆਂ, ਲੇਕਿਨ ਜ਼ਿਆਦਾਤਰ ਉਹ ਛੁਣਛੁਣਾ ਪਾਉਣ ਵਾਲੀਆਂ ਗੱਲਾਂ ਹੈ। ਮਨ ਤੇ ਉਹ ਵੀ ਗਏ ਆ ਵੀ ਗਲਤੀ ਅਸੀਂ ਕਰ ਲਈ ਆ, ਲੇਕਿਨ ਉਹ ਅਹੰਕਾਰ ਰੋਕ ਰਿਹਾ। ਉਸ ਅਹੰਕਾਰ ਨੂੰ ਲੋਕਾਂ ਨੇ ਤੋੜ ਦੇਣਾ ਹੈ। ਜਿਹੜਾ ਸਰਕਾਰ ਨੂੰ ਮੋਰਲ ਸਪੋਰਟ ਮਿਲ ਰਿਹਾ ਸੀ, ਕੁਝ ਵਿਦਵਾਨਾਂ ਦਾ ਕਹਿ ਸਕਦੇ ਹਾਂ, ਸੋ ਕਾਲਡ ਵਿਦਵਾਨਾਂ ਦਾ, ਜਾਂ ਕੁਝ ਵੱਡੇ ਪੱਤਰਕਾਰਾਂ ਦਾ, ਜਿਹੜੇ ਸਰਕਾਰੀ ਮੀਡੀਆ ਦਾ, ਉਹਨਾਂ ਦੀ ਬਹੁਤ ਵੱਡੀ ਨੈਤਿਕ ਹਾਰ ਇਹ ਹੋਈ ਹੈ। ਸਾਰੀ ਬੀਜੇਪੀ, ਸਮ੍ਰਿਤੀ ਇਰਾਨੀ ਵਰਗੀਆਂ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਮੂਲੀ ਤੋੜ ਕੇ ਖੇਤ ਚੋਂ ਸਾਫ਼ ਕਰਕੇ ਖਾ ਕੇ ਨਹੀਂ ਵੇਖੀ, ਉਹ ਵੀ ਕਹਿੰਦੀਆਂ ਸੀ ਬੜਾ ਵਧੀਆ ਕਾਨੂੰਨ ਹੈ। ਬਾਦਲ ਸਾਹਿਬ ਕਹੀ ਜਾਂਦੇ ਸੀਗੇ ਉਹ ਕਾਕਾ ਤੁਹਾਨੂੰ ਸਮਝ ਨਹੀਂ ਆਈ। ਮੈਂ ਵਾਰੀ-ਵਾਰੀ ਇੱਕੋ ਗੱਲ ਕਹਿਣਾ ਵੀ ਐਤਕੀ ਪਹਿਲੀ ਵਾਰੀ ਨਾ ਸਿਰਫ ਕਿਸਾਨਾਂ ਨੂੰ ਪਰ ਹਰ ਫਿਰਕੇ ਦੇ ਉਸ ਆਦਮੀ ਨੂੰ ਜਿਹੜਾ ਰੋਟੀ ਖਾਂਦਾ ਹੈ, ਜਿਹੜਾ ਦਾਲਾਂ ਖਾਂਦਾ, ਜਿਹੜਾ ਸਬਜ਼ੀਆਂ ਖਾਂਦਾ, ਜਿਹੜਾ ਫਰੂਟ ਖਾਂਦਾ, ਉਹਨੂੰ ਪਹਿਲੀ ਵਾਰੀ ਸਮਝ ਆਈ ਹੈ ਵੀ ਸਰਕਾਰ ਸਾਡੇ ਨਾਲ ਕਿਤੇ ਤੰਗੀ ਖੇਡਦੀ ਹੈ ਹਰ ਵਾਰੀ। ਹੁਣ ਜਿਹੜਾ ਸਰਕਾਰ ਕਹਿ ਰਹੀ ਹੈ ਕਿਸਾਨਾਂ ਦੇ ਹੱਕ 'ਚ ਜਾਣਗੇ ਬਿੱਲ, ਜਦ ਕਿ ਕਿਸਾਨ ਕਹਿ ਰਹੇ ਆ ਕਿ ਇਹ ਕਿਸਾਨੀ ਨੂੰ ਤਬਾਹ ਕਰ ਦੇਣਗੇ, ਪੰਜਾਬ ਨੂੰ ਤਬਾਹ ਕਰ ਦੇਣਗੇ, ਕਿਸਾਨਾਂ ਦੇ ਬਿਲਕੁਲ ਹੱਕ ਦੇ ਨਹੀਂ ਹੈਗੇ ਬਿੱਲ। ਤੇ ਮੈਜੋਰਿਟੀ ਟੈਕਨੋਕ੍ਰੇਟਸ ਵੀ, ਇਕੋਨੋਮਿਸਟ ਵੀ, ਬੁੱਧੀਜੀਵੀ ਵੀ ਇਹੀ ਕਹਿ ਰਹੇ ਆ ਕਿ ਇਹ ਸਾਰੇ ਬਿੱਲ ਜਿਹੜੇ ਆ ਇਹ MNC ਦੇ, ਮਲਟੀਨੈਸ਼ਨਲ ਕੰਪਨੀ ਦੇ, ਵੱਡੇ ਵਪਾਰੀਆਂ ਦੇ ਹੱਕ 'ਚ ਜਾਂਦੇ ਆ। ਨਜ਼ਰੀਆ ਦੀ ਟੀਵੀ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਦਾ ਸਵਾਗਤ। ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ੀਲ ਜਥੇਬੰਦੀਆਂ ਨੇ ਆਪਣੀ ਡਿਬੇਟ ਤੋਂ ਕੁਝ ਮਿੰਟ ਪਹਿਲਾਂ ਮੀਟਿੰਗ ਕਰਕੇ ਕੇਂਦਰ ਦਾ ਜਿਹੜਾ ਨਵਾਂ ਪ੍ਰਸਤਾਵ ਆਇਆ ਸੀ ਉਹਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। ਇਹ ਅਹਿਮੀਅਤ ਇਸ ਕਰਕੇ ਹੋਰ ਵੀ ਵਧੇਰੀ ਹੈ ਕਿਉਂਕਿ ਬੀਤੀ ਰਾਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੈਰ ਰਸਮੀ ਤੌਰ ਤੇ ਕੁਝ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਲਈ। ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਕੇਂਦਰ ਸਰਕਾਰ ਪ੍ਰਸਤਾਵ ਭੇਜੇਗੀ। ਉਹ ਪ੍ਰਸਤਾਵ ਭੇਜਿਆ ਗਿਆ, ਪਰ ਸੰਘਰਸ਼ੀਲ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਇਹ ਪ੍ਰਸਤਾਵ ਪ੍ਰਵਾਨ ਨਹੀਂ ਹੈ। ਕੇਵਲ ਇੰਨਾ ਹੀ ਨਹੀਂ, ਸਗੋਂ ਕਿਸਾਨ ਜਥੇਬੰਦੀਆਂ ਨੇ ਆਪਣਾ ਵਤੀਰਾ, ਆਪਣਾ ਰੁਖ ਹੋਰ ਵੀ ਸਖਤ ਕਰ ਲਿਆ ਹੈ। ਚਾਹੇ ਕੇਂਦਰ ਦੇ ਭਾਜਪਾ ਮੰਤਰੀ ਨੇ, ਚਾਹੇ ਪੰਜਾਬ ਦੇ MLA ਹੈ ਜਾਂ ਕੋਈ ਕੇਂਦਰ 'ਚ ਮੰਤਰੀ ਨੇ, ਉਹਨਾਂ ਦੇ ਘਰਾਓ ਤੇ ਉਹਨਾਂ ਦਾ ਵਿਰੋਧ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦ ਤੱਕ ਤਿੰਨੇ ਖੇਤੀ ਨਵੇਂ ਕਾਨੂੰਨ ਰੱਦ ਨਹੀਂ ਹੁੰਦੇ ਤਦ ਤੱਕ ਇਸ ਤੋਂ ਘੱਟ ਕਿਸੇ ਗੱਲ ਤੇ ਸਹਿਮਤੀ ਹੋ ਨਹੀਂ ਸਕਦੀ। ਕਿਸਾਨ ਜਿਹੜਾ ਹੈਗਾ ਆਰ ਪਾਰ ਦੀ ਲੜਾਈ ਲੜਨ ਦੇ ਨਾਲ ਮੈਦਾਨ ਦੇ ਵਿੱਚ ਡਟੇ ਹੋਏ ਆ। ਹੋਰ ਕਿਸਾਨਾਂ ਦੇ ਕਾਫਲੇ, ਹੋਰ ਨਵੇਂ ਜਥੇ ਵੀ ਆ ਰਹੇ ਆ। ਇਸੇ ਤਰ੍ਹਾਂ ਵਿਰੋਧੀ ਤਰ੍ਹਾਂ ਦੀ ਹਮਾਇਤ ਵੀ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਆਏ ਦਿਨ ਜਿਹੜੀ ਵੱਧਦੀ ਨਜ਼ਰ ਆ ਰਹੀ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਖਾਸ ਮਹਿਮਾਨ ਇਸ ਵੇਲੇ ਜੁੜ ਚੁੱਕੇ ਨੇ। ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਰਵਿੰਦਰ ਸਿੰਘ ਕੰਗ युवा नेता ने जिन्होंने भाजपा ਨੂੰ अलविदा आखी किसानी मुद्दों को लैके।
ਸਾਡੇ ਨਾਲ ਤੀਜੇ ਮਹਿਮਾਨ ਜਗਤਾਰ ਸਿੰਘ ਸੰਘੇੜਾ ਜੀ ਕੁਝ ਹੀ ਪਲਾਂ 'ਚ ਜੁਆਇਨ ਕਰਨਗੇ। ਮੈਂ ਪੈਨਲ ਤੇ ਜੁੜੇ ਮਹਿਮਾਨਾਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਖਦਾ ਹਾਂ, ਵੈਲਕਮ ਕਰਦਾ ਹਾਂ। ਡਾਕਟਰ ਸੰਧੂ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਦੋਂ ਆਪਾਂ ਚਰਚਾ ਕਰ ਰਹੇ ਹਾਂ ਤਾਂ ਇਸ ਵੇਲੇ ਬਹੁਤ ਹੀ ਇੱਕ ਸਥਿਤੀ ਜਿਹੜੀ ਹੈਗੀ ਹੈ ਗੰਭੀਰ ਬਣੀ ਹੋਈ ਹੈ। ਕੇਂਦਰ ਨੇ ਜਿਹੜਾ ਪ੍ਰਸਤਾਵ ਭੇਜਿਆ ਕਿਸਾਨ ਜਥੇਬੰਦੀਆਂ ਨੂੰ, ਉਹਨਾਂ ਨੇ ਰੱਦ ਕਰ ਦਿੱਤਾ ਹੈ। ਉਹਨਾਂ ਨੇ ਆਪਣਾ ਸਟੈਂਡ ਹੋਰ ਵੀ ਸਖਤ ਕਰ ਲਿਆ। ਲੱਗਦਾ ਹੈ ਕਿ ਜਿਹੜਾ ਹੁਣ ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਨ ਤੋਂ ਹੇਠਾਂ ਕਿਸੇ ਵੀ ਗੱਲ ਦੇ ਉੱਤੇ ਸਹਿਮਤ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਕਿਵੇਂ ਦੇਖਦੇ ਹੋ ਇਸ ਸਥਿਤੀ ਨੂੰ? ਇਹ ਸਥਿਤੀ ਤਾਂ ਜੀ ਸ਼ੁਰੂ ਤੋਂ ਹੀ ਹੈ, ਜਦੋਂ ਦੀ ਐਜੀਟੇਸ਼ਨ ਸ਼ੁਰੂ ਹੋਈ ਹੈ ਇੱਕੋ ਮੁੱਦੇ ਤੇ ਹੋਈ ਹੈ ਵੀ ਇਹ ਕਾਨੂੰਨ ਜਿਹੜੇ ਹੈ ਕਾਲੇ ਕਾਨੂੰਨ ਨੇ। ਕਿਸਾਨਾਂ ਦਾ ਨੁਕਸਾਨ, ਕਿਸਾਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ, ਕਿਸਾਨਾਂ ਦੇ ਪੈਸਿਆਂ ਦਾ ਨੁਕਸਾਨ, MSP ਖਤਮ ਕਰ ਦਿਓ, ਕਚਹਿਰੀਆਂ 'ਚ ਨਹੀਂ ਜਾ ਸਕਦੇ। ਇਹ ਕਾਲੇ ਕਾਨੂੰਨ ਸੀਗੇ, ਇਹਨਾਂ ਨੂੰ ਵਾਪਸ ਲਓ। ਸਾਡਾ ਤਾਂ ਐਜੀਟੇਸ਼ਨ ਪਹਿਲੇ ਦਿਨ ਤੋਂ ਹੀ ਇਹ ਹੈ। ਤੇ ਇਹ ਵਾਰੀ ਕਦੇ ਸੈਕਟਰੀ ਲੈਵਲ ਦੀ ਟਾਕ ਕਰ ਲਈ, ਫਿਰ ਆਪ ਹੀ ਕਹਿ ਦਿੰਦੇ ਵੀ ਸੈਕਟਰੀ ਨੇ ਤਾਂ ਕੁਝ ਕਰਨਾ ਨਹੀਂ ਹੁੰਦਾਗਾ, ਮਿਨਿਸਟਰ ਦੇ ਲੈਵਲ ਤੋਂ ਘੱਟ ਹੋਣਾ ਨਹੀਂ, ਫਿਰ ਤੁਸੀਂ ਬੁਲਾਉਂਦੇ ਕਿਉਂ ਹੈ? ਸਰ, ਹੁਣ ਤਾਂ ਅਮਿਤ ਸ਼ਾਹ ਨਾਲ ਗੱਲਬਾਤ ਹੋਈ ਹੈ। ਅਮਿਤ ਸ਼ਾਹ ਦੀ ਗੱਲਬਾਤ ਤੋਂ ਬਾਅਦ ਦੇਖੋ ਡਾਕਟਰ ਸੰਧੂ, ਪਿਛਲੀਆਂ ਗੱਲਾਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਪਰ ਹੁਣ ਅਮਿਤ ਸ਼ਾਹ ਨਾਲ ਗੱਲਬਾਤ ਤੋਂ ਬਾਅਦ ਜਿਹੜਾ ਪ੍ਰਸਤਾਵ ਆਇਆ ਉਹ ਵੀ ਰੱਦ ਕਰ ਦਿੱਤਾ ਗਿਆ ਜੀ। ਅਮਿਤ ਸ਼ਾਹ ਦਾ ਇਹ ਅਮਿਤ ਸ਼ਾਹ ਹੈ ਕੌਣ? ਸਾਡਾ ਹੋਮ ਮਿਨਿਸਟਰ ਤਾਂ ਹੈਗਾ, ਮੰਨ ਲਈ ਗੱਲ, ਪਰ ਇਹ ਚਨਕੀਆ ਨੀਤੀ ਵਾਲਾ ਹੈ। ਇਹ ਉਹ ਬੰਦਾ ਹੈ ਜਿਹੜਾ ਹਰ ਥਾਂ ਦੇ ਉੱਤੇ ਜਾ ਕੇ ਕੀ ਕੁੰਡੀ ਕਰਦਾ, ਕੀ ਉੱਥੇ ਜਾ ਕੇ ਇਹ ਕਰਦਾ ਕਿ ਇਹਦਾ ਕੰਮ ਹੈ ਲੋਕਾਂ ਨੂੰ, ਜੁੜੇ ਹੋਏ ਲੋਕਾਂ ਨੂੰ ਪਾੜ ਕੇ ਤੇ ਡਿਵਾਈਡ ਐਂਡ ਰੂਲ ਪਾਲਿਸੀ ਦੇ ਉੱਤੇ ਅਮਲ ਕਰਕੇ ਫਿਰ ਉਹਨਾਂ ਨੂੰ ਜਜ਼ਬਾਤੀ ਤੌਰ ਤੇ ਇਮੋਸ਼ਨਲੀ ਬਲੈਕਮੇਲ ਕਰਕੇ ਹਿੰਦੂਤਵਾ ਦੇ ਨਾਂ ਤੇ ਉਹ ਹਿੰਦੂ ਵੋਟ ਨੂੰ ਇੱਕ ਸਾਈਡ ਤੇ ਜਿਹੜੇ ਮਾਰਜਨਲਾਈਜ਼ ਕਰਕੇ ਪੋਲਰਾਈਜੇਸ਼ਨ ਕਰਦਾ। ਹੋਰ ਇਹਦੇ ਕੋਲ ਹੱਥ ਪੱਲੇ ਕੱਖ ਨਹੀਂ, ਚਲਾਕੀਆਂ ਹੈ। ਔਰ ਚਲਾਕੀ ਇਹਨੇ ਕੀ ਕੀਤੀ ਹੈ? 13 ਜਥੇਬੰਦੀਆਂ ਬੁਲਾ ਲੀਆਂ 40 ਚੋਂ। ਔਰ ਇਹ ਮੈਂ ਇਸ ਗੱਲ ਦਾ ਬੜਾ ਮੈਨੂੰ ਅਫਸੋਸ ਹੋਇਆ ਕਿ 13 ਜਥੇਬੰਦੀਆਂ ਗਈਆਂ ਕਿਉਂ? ਉਹਨਾਂ ਨੂੰ ਜਵਾਬ ਦੇ ਦੇਣਾ ਚਾਹੀਦਾ ਸੀਗਾ ਵੀ ਅਮਿਤ ਸ਼ਾਹ ਜੀ ਕਿੰਨੇ ਬੰਦੇ ਬੁਲਾਏ ਆ। ਜੇ ਉਹ ਕਹਿੰਦਾ 40 ਬੁਲਾਏ ਤਾਂ ਜਾਂਦੇ, ਨਹੀਂ ਤਾਂ ਕਹਿੰਦੇ ਸਾਨੂੰ ਲੋੜ ਨਹੀਂ ਤੇਰੇ ਨਾਲ ਗੱਲ ਕਰਨ ਦੀ। ਪਰ ਇਹ ਕਿਉਂਕਿ ਜਿਹੜੇ ਜਥੇਬੰਦੀਆਂ ਬੁਲਾਈਆਂ ਗਈਆਂ ਉਹਨਾਂ 'ਚ ਪੰਜਾਬ ਦੀਆਂ ਜਥੇਬੰਦੀਆਂ ਬਹੁਤ ਘੱਟ ਸੀਗੀਆਂ, ਬਾਹਰਲੀਆਂ ਜਿਹੜੀਆਂ ਜਥੇਬੰਦੀਆਂ ਉਹ ਜ਼ਿਆਦਾ ਸੀਗੀਆਂ। ਉਹਨਾਂ 'ਚੋਂ ਕੁਝ ਸਿਆਸੀ ਵੀ ਝੁਕਾਅ ਰੱਖਦੀਆਂ ਨੇ, ਸੋ ਉਹਨਾਂ ਨੂੰ ਬੁਲਾਇਆ। ਲੇਕਿਨ ਉਹ ਤਕੜੀਆਂ ਰਹੀਆਂ ਵੀ ਉਹਨਾਂ ਨੇ ਅਮਿਤ ਸ਼ਾਹ ਦੀ ਗੱਲ ਸਾਰੀ ਸੁਣ ਕੇ ਕਿਹਾ ਨਹੀਂ ਜੀ ਸੌਰੀ, ਇਹ ਤਾਂ ਉੱਥੇ ਹੀ ਡਿਸਕਸ ਹੋਊਗਾ। ਫਿਰ 40 ਜਥੇਬੰਦੀਆਂ ਦੀ ਦੁਬਾਰਾ ਮੀਟਿੰਗ ਹੋਈ। ਉਹਨਾਂ ਨੇ ਕਿਹਾ ਸ਼ਾਮ ਤੱਕ ਆਪਾਂ ਮੀਟਿੰਗ ਕਰਕੇ ਇਹਨਾਂ ਦਾ ਫੈਸਲਾ ਦੇ ਦਿਆਂਗੇ। ਤੋਂ ਤੁਹਾਡੇ ਸਾਹਮਣੇ ਫੈਸਲਾ ਦੇਤਾ ਉਹਨਾਂ ਨੇ ਕਿ ਜਿੰਨਾ ਚਿਰ ਤਿੰਨੇ ਰੱਦ ਨਹੀਂ ਹੁੰਦੇ ਅਸੀਂ ਇਸ ਗੱਲ ਦੇ ਉੱਤੇ ਕੋਈ ਸਹਿਮਤੀ ਨਹੀਂ। ਕੱਲ ਦੀ ਮੀਟਿੰਗ ਹੁਣ ਮੀਟਿੰਗਾਂ ਜਿਹੜੀਆਂ ਉਦੋਂ ਕਰਾਂਗੇ ਜਦੋਂ ਕੋਈ ਤੁਹਾਡਾ ਢੁਕਵਾਂ ਪ੍ਰਸਤਾਵ ਸਾਡੇ ਕੋਲੇ ਆਊਗਾ ਕਿ ਹਾਂਜੀ ਅਸੀਂ ਆਹ ਕਾਨੂੰਨ ਜਿਹੜੇ। ਹਾਂ, ਸੋ ਇਹ ਦੇਖੋ ਸਰਦਾਰ ਜੀ। ਓਕੇ ਠੀਕ ਹੈ, ਚਲੋ। ਥੈਂਕ ਯੂ ਡਾਕਟਰ ਸੰਧੂ। ਮੈਂ ਦੁਬਾਰਾ ਆਵਾਂਗਾ ਤੁਹਾਡੇ ਵੱਲ। ਬਲਵਿੰਦਰ ਕੰਗ, ਤੁਸੀਂ ਦਿੱਲੀ 'ਚ ਜਿਹੜਾ ਸੰਘਰਸ਼ ਚੱਲ ਰਿਹਾ ਉਹਦੇ 'ਚ ਵੀ ਲਗਾਤਾਰ ਪਾਰਟਿਸਿਪੇਟ ਤੁਸੀਂ ਵੀ ਕਰ ਰਹੇ ਹੋ, ਡਾਕਟਰ ਸੰਧੂ ਵੀ ਗਏ ਹੈ। ਪਰ ਹੁਣ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੀਟਿੰਗ ਤੋਂ ਬਾਅਦ ਪ੍ਰਸਤਾਵ ਆਇਆ ਕੇਂਦਰ ਸਰਕਾਰ ਵੱਲੋਂ, ਉਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਕੁੰਡੀਆਂ ਪਾਈਆਂ ਗਈਆਂ ਜਿੱਦਾਂ ਡਾਕਟਰ ਸੰਧੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਜਿਹੜੀ ਹੈ ਦਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੇ ਬਾਵਜੂਦ ਸਰਵਸੰਮਤੀ ਨਾਲ ਇਹ ਪ੍ਰਸਤਾਵ ਰੱਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸੰਘਰਸ਼ ਜਾਰੀ ਨਹੀਂ ਰਹੇਗਾ, ਸੰਘਰਸ਼ ਤੇਜ਼ ਹੋਏਗਾ। ਇਹ ਜਵਾਬ ਜਿਹੜਾ ਹੈਗਾ ਹੁਣ ਸਭ ਤੋਂ ਤਾਜ਼ਾ ਜਿਹੜਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਹੈ ਕੇਂਦਰ ਸਰਕਾਰ ਨੂੰ। ਕੰਗ ਜੀ, ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਵੀ ਪਹਿਲੀ ਗੱਲ ਤੇ ਇਹ ਬੜੀ ਜਿਹੜੀ ਇਹਦੇ ਪੋਜ਼ਿਟਿਵ ਪੱਖ ਕੱਢੀਏ ਤੇ ਇਹ ਆ ਵੀ ਜਿਹੜੀ ਸਰਕਾਰ ਦੇ ਵੱਡੇ ਵਜ਼ੀਰ, ਜਿਹੜੀ ਪਾਰਟੀ ਜਿਹੜੀ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਿੰਦੀ ਸੀ ਵੀ ਇਹ ਕੋਈ ਐਜੀਟੇਸ਼ਨ ਨਹੀਂ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਇਹ ਪ੍ਰੋ ਫਾਰਮਰ ਬਿੱਲ ਹੈ, ਕਿਸਾਨਾਂ ਦੀ ਜ਼ਿੰਦਗੀ ਬਦਲ ਦੇਣਗੇ। ਉਹ ਸਰਕਾਰ ਦੇ ਸੈਕੰਡ ਮੋਸਟ ਪਾਵਰਫੁਲ ਬੰਦਾ ਇਹ ਮੰਨ ਰਿਹਾ ਵੀ ਇਹ ਕਿਸਾਨਾਂ ਦਾ ਅੰਦੋਲਨ ਹੈ ਔਰ ਤੁਹਾਡੇ ਕੁਝ ਖਦਸ਼ੇ ਅਸੀਂ ਦੂਰ ਵੀ ਕਰ ਦਿੰਦੇ ਹਾਂ, ਤੁਹਾਡੇ ਕੁਝ ਚਿੰਤਾਵਾਂ ਅਸੀਂ ਚੇਂਜ ਕਰ ਦਿੰਦੇ। ਮਤਲਬ ਕਿ ਉਹ ਕਾਨੂੰਨ 'ਚ ਚੇਂਜ ਕਰਨ ਨੂੰ ਤਿਆਰ ਹੋ ਗਏ। ਦੇਖੋ, ਜਿਹੜੇ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਜਿਹੜੇ ਗੱਲ ਕਰਨ ਨੂੰ ਤਿਆਰ ਨਹੀਂ ਸੀ, ਜਿਹੜੇ ਸਾਡੇ ਕਿਸਾਨ ਲੀਡਰਾਂ ਨੂੰ ਦਿੱਲੀ ਬੁਲਾ ਕੇ ਬੇਰੰਗ ਮੋੜ ਦਿੰਦੇ ਸੀ, ਉਸ ਸਰਕਾਰ ਦਾ ਸੈਕੰਡ ਹਾਈਐਸਟ ਪਾਵਰਫੁਲ ਬੰਦਾ ਹੁਣ ਇਹ ਗੱਲ ਕਹਿ ਰਿਹਾ ਵੀ ਨਹੀਂ ਅਸੀਂ ਅਮੈਂਡਮੈਂਟ ਕਰ ਦਿੰਨੇ ਆ। ਤਾਂ ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਨੈਤਿਕ ਜਿੱਤ ਹੈ ਸਾਡੀ ਕਿਸਾਨਾਂ ਦੀ, ਇਹ ਨੈਤਿਕ ਜਿੱਤ ਹੈ। ਦੂਜੀ ਜਿਹੜੀ ਗੱਲ ਹੈ, ਸੰਧੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਵੀ ਕਿਸਾਨ ਜਥੇਬੰਦੀਆਂ, ਦੇਖੋ ਉਹਨਾਂ ਨੇ 30 ਜਥੇਬੰਦੀਆਂ ਨੇ ਸਰਬਸੰਮਤੀ ਨਾਲ 13 ਬੰਦੇ ਆਪਣੇ ਭੇਜੇ ਆ।
ਮੈਂ ਅੱਜ ਜਗਦੀਸ਼ ਸਿੰਘ ਡੱਲੇਵਾਲ ਹੁਣਾਂ ਦੀ ਇੰਟਰਵਿਊ ਸੁਣੀ ਸੀ ਸਵੇਰੇ। ਹਾਂ, ਉਗਰਾਹਾਂ ਸਾਹਿਬ ਨੂੰ ਉਹਨਾਂ ਨੇ ਨਹੀਂ ਬੁਲਾਇਆ ਤੇ ਪੰਨੂ ਸਾਹਿਬ ਨੂੰ ਨਹੀਂ ਬੁਲਾਇਆ। ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਕੋਸ਼ਿਸ਼ ਹੈ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ 'ਚ ਪਾੜਨ ਦੀ ਹੈਗੀ ਹੈ। ਮੈਂ ਸੰਧੂ ਸਾਹਿਬ ਨਾਲ ਸਹਿਮਤ ਹੈ, ਡਿਵਾਈਡ ਐਂਡ ਰੂਲ, ਔਰ ਅਮਿਤ ਸ਼ਾਹ ਇਹਦੇ 'ਚ ਮਾਸਟਰ ਆਦਮੀ ਹੈ ਔਰ ਉਹਨਾਂ ਦੀ ਕੋਸ਼ਿਸ਼ ਹੈਗੀ ਸੀ। ਲੇਕਿਨ ਸਾਡੀ ਕਿਸਾਨ ਜਥੇਬੰਦੀਆਂ ਨੇ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਰਾਤ ਵਾਲੀ ਮੀਟਿੰਗ ਜਾ ਕੇ, ਜਿਹੜੀ ਅਨਅਫੀਸ਼ੀਅਲ ਮੀਟਿੰਗ ਸੀ, ਜਿਹੜੀ ਅਫੀਸ਼ੀਅਲ ਮੀਟਿੰਗ ਨਹੀਂ ਸੀ, ਕਿ ਕਿਤੇ ਸਰਕਾਰ ਕੋ ਕੋਈ ਬਹਾਨਾ ਨਾ ਰਹਿ ਜੇ, ਸਰਕਾਰ ਕਿਤੇ ਨਾ ਕਵੇ ਅਸੀਂ ਗੱਲਬਾਤ ਕਰਨਾ ਚਾਹੁੰਦੇ, ਇੰਪ੍ਰੈਸ਼ਨ ਨਹੀਂ ਕਿਸਾਨ ਲੀਡਰ ਦੇਣਾ ਚਾਹੁੰਦੇ, ਸੰਵਾਦ ਅਸੀਂ ਖਤਮ ਨਹੀਂ ਕਹਿੰਦੇ ਕਰਨਾ ਚਾਹੁੰਦੇ। ਲੇਕਿਨ ਉਹਨਾਂ ਨੇ ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਅਮਿਤ ਸ਼ਾਹ ਨੂੰ ਇਹ ਕਿਹਾ ਵੀ ਅਸੀਂ ਡਿਸਕਸ਼ਨ ਕੋਈ ਨਹੀਂ ਕਰਨੀ, ਅਸੀਂ ਤੇ ਫੈਸਲਾ ਲੈਣਾ ਹੈ ਤੁਹਾਡੇ ਕੋਲ। ਤੇ ਉਹਨੇ ਕਹਿਤਾ ਵੀ ਨਹੀਂ, ਅਸੀਂ ਇੰਪਲੀਮੈਂਟ ਕਰਨ ਨੂੰ ਤਿਆਰ ਹੈ। ਅੱਜ ਆਫੀਸ਼ੀਅਲੀ ਡਾਕੂਮੈਂਟ ਆ ਗਿਆ। ਦੇਖੋ, ਇਹ ਬੜੀ ਪੋਜ਼ਿਟਿਵ ਗੱਲ ਹੈ। ਅੱਜ ਸਰਕਾਰ ਦਾ ਜਿਹੜਾ ਡਾਕੂਮੈਂਟ ਆਇਆ, ਮੈਂ ਵੀ ਹੁਣੇ ਪੜ੍ਹਿਆ, ਉਹਦੇ ਤੇ ਕੁਝ ਪੁਆਇੰਟਾਂ ਤੇ ਉਹਨਾਂ ਨੇ ਕੁਝ ਕੰਕਰੀਟ ਗੱਲਾਂ ਕੀਤੀਆਂ, ਲੇਕਿਨ ਜ਼ਿਆਦਾਤਰ ਉਹ ਛੁਣਛੁਣਾ ਫਰਾਉਣ ਵਾਲੀਆਂ ਗੱਲਾਂ ਹੈ। ਲੇਕਿਨ ਜਨਤਾ ਦੇ ਸਾਹਮਣੇ ਅੱਜ ਇਹ ਗੱਲ ਸਾਹਮਣੇ ਆ ਗਈ ਆ ਵੀ ਜਿਹੜੀ ਸਰਕਾਰ ਇਹ ਡਿਫੈਂਡ ਕਰ ਰਹੀ ਸੀ ਕਾਨੂੰਨਾਂ ਨੂੰ, ਪ੍ਰਧਾਨ ਮੰਤਰੀ ਸਾਹਿਬ ਵਾਰ-ਵਾਰ ਕਰ ਰਹੇ ਸੀ, ਜਿਹੜੇ ਕਹਿੰਦੇ ਮੈਂ ਜੋ ਕਹਿੰਦਾ ਉਹ ਤੋਂ ਮੈਂ ਮੁੱਕਰਦਾ ਨਹੀਂ, ਮੈਂ ਜੋ ਕਰਦਾ ਸਹੀ ਕਰਦਾ ਹੈ, ਉਹ ਸਰਕਾਰ ਲਿਖੇ 'ਚ ਮੰਨ ਗਈ ਵੀ ਇਹਦੇ 'ਚ ਗਲਤੀਆਂ ਹੈਗੀਆਂ। ਲੇਕਿਨ ਟੈਕਨੀਕਲ ਔਰ 'ਚ ਬਹੁਤ ਸਾਰੀਆਂ ਗਲਤੀਆਂ ਹੈ। ਕਿਸਾਨ ਲੀਡਰਾਂ ਨੂੰ ਆਪਣੀ ਇਕਜੁੱਟਤਾ ਵੀ ਬਣਾ ਕੇ ਰੱਖਣੀ ਪੈਣੀ ਹੈ, ਲੇਕਿਨ ਉਹਨਾਂ ਨੂੰ ਬਣਾਉਣੀ ਪੈਣੀ। ਉਹਦਾ ਕਾਰਨ ਹੈ ਸਿੱਧੂ ਸਾਹਿਬ, ਲੋਕਾਂ ਦਾ ਪ੍ਰੈਸ਼ਰ ਅੱਜ ਇੰਨਾ ਹੈ, ਲੋਕਾਂ ਦਾ ਦਬਾਅ ਇੰਨਾ ਹੈ। ਲੱਖਾਂ ਲੋਕ ਜਿਹੜਾ ਦਿੱਲੀ 'ਚ ਬੈਠੇ ਆ ਚਾਰ ਸਵੇਰੇ, ਕਿਸਾਨ ਲੀਡਰ ਔਰ ਰੁਲਦੂ ਸਿੰਘ, ਜਿਹੜੇ ਸਰਦਾਰ ਰੁਲਦੂ ਸਿੰਘ ਨੇ ਮੰਨਿਆ ਔਨ ਰਿਕਾਰਡ, ਅਸੀਂ ਚਾਹੀਏ ਵੀ ਤੇ ਅਸੀਂ ਆਪਣਾ ਸਟੈਂਡ ਨਹੀਂ ਬਦਲ ਸਕਦੇ। ਇਹ ਲੋਕਾਂ ਦੀ ਜਿੱਤ ਹੈ। ਆਉਣ ਵਾਲੇ ਟਾਈਮ 'ਚ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਵੀ ਮਜਬੂਰ ਕਰੂਗੀ ਇਹ ਜਿਹੜੀ ਇਕਜੁੱਟਤਾ ਹੈ ਲੋਕਾਂ ਦੀ, ਜਿਹੜੀ ਇਕਮੁੱਠਤਾ ਲੋਕਾਂ ਦੀ, ਜਿਸ ਤਰੀਕੇ ਦਾ ਲੋਕਾਂ ਦਾ ਦਬਾਅ ਬਣਿਆ ਹੋਇਆ। ਕੰਗ ਸਾਹਿਬ, ਜਿਹੜਾ ਮੈਂ ਡਾਕਟਰ ਸੰਧੂ ਵੱਲ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਛੋਟਾ ਜਿਹਾ ਹੋਰ ਤੁਹਾਡੇ ਕੋਲੋਂ ਲੈਣਾ ਚਾਹਾਂਗਾ। ਜਿਸ ਤਰ੍ਹਾਂ ਦਾ ਕੇਂਦਰ ਨੇ ਰਵੱਈਆ ਅਖਤਿਆਰ ਕੀਤਾ ਹੈ, 6ਵੀਂ 7ਵੀਂ ਮੀਟਿੰਗ ਹੁਣ ਪ੍ਰਸਤਾਵ ਭੇਜਿਆ, ਪ੍ਰਸਤਾਵ ਵੀ ਰੱਦ ਹੋ ਗਿਆ, ਇਸ ਦੇ ਬਾਵਜੂਦ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇੱਕ ਬਹੁਤ ਵੱਡਾ ਜਨ ਅੰਦੋਲਨ ਦਾ ਰੂਪ ਇਸ ਵੇਲੇ ਕਿਸਾਨੀ ਅੰਦੋਲਨ ਧਾਰ ਚੁੱਕਾ ਹੈ, ਇਹ ਜਿਹੜਾ ਦਬਾਅ, ਜਿਹੜਾ ਪ੍ਰੈਸ਼ਰ ਜਿਹੜਾ ਹੈਗਾ ਜੋ ਹੁਣ ਇਸ ਵੇਲੇ ਬਣਿਆ ਵਾ, ਇਹ ਬਣਿਆ ਰਹਿ ਸਕੇਗਾ? ਇਹਦੇ 'ਚ ਕੋਈ ਨਿਰਾਸ਼ਤਾ ਆਉਂਦੀ ਤਾਂ ਨਹੀਂ ਨਜ਼ਰ ਆ ਰਹੀ? ਇਹਨੂੰ ਤਾਕਤ ਮਿਲਣੀ ਹੈ ਜੀ। ਦੇਖੋ, ਇਹਨੂੰ ਤਾਕਤ ਕਿਉਂ ਮਿਲਣੀ ਹੈ, ਮੈਂ ਤੁਹਾਨੂੰ ਦੱਸਦਾ। ਉਹਦਾ ਕਾਰਨ ਹੈ, ਜਿਹੜੇ ਇੱਕ ਹਿੱਸਾ ਐਗਰੀਕਲਚਰ ਇਕਨੋਮਿਸਟ ਜਿਹੜਾ ਇਹਨੂੰ ਡਿਫੈਂਡ ਕਰ ਰਹੇ ਸੀ ਇਸ ਕਾਨੂੰਨਾਂ ਨੂੰ, ਉਹਨਾਂ ਦੀ ਬਹੁਤ ਨੈਤਿਕ ਹਾਰ ਹੋਈ ਹੈ ਜਦੋਂ ਸਰਕਾਰ ਨੇ ਮੰਨਿਆ ਵੀ ਇਹ 'ਚ ਕਮੀਆਂ ਹੈ। ਇਸ ਕਰਕੇ ਜਿਹੜੇ ਲੋਕ ਸਾਡੇ ਵਿਦਵਾਨ ਕਹਿ ਰਹੇ ਆ ਵੀ ਆਜ਼ਾਦੀ ਤੋਂ ਬਾਅਦ ਏਡਾ ਵੱਡਾ ਅੰਦੋਲਨ ਨਹੀਂ ਬਣਿਆ ਅੱਜ ਤੱਕ, ਦੇਖਿਆ ਨਹੀਂ, ਬਹੁਤ ਸਾਰੇ ਵਿਦਵਾਨਾਂ ਨੇ ਔਨ ਰਿਕਾਰਡ ਵੀ ਕਿਹਾ ਹੈ, ਉਹ ਬਹੁਤ ਵੱਡਾ ਕਾਰਨ ਹੈ। ਦੂਸਰਾ, ਜਿਹੜੇ ਲੋਕ ਇਹਦਾ ਸਮਰਥਨ ਕਰ ਰਹੇ ਆ, ਜਿਹੜੇ ਲੋਕ ਇਸ ਕਿਸਾਨ ਮੂਵਮੈਂਟ ਦਾ ਸਮਰਥਨ ਕਰ ਰਹੇ, ਉਹਨਾਂ ਨੂੰ ਬੜੀ ਵੱਡੀ ਨੈਤਿਕ ਜਿੱਤ ਮਿਲੀ ਆ ਇਸ ਗੱਲ ਕਰਕੇ, ਜਿਹੜੀ ਸਰਕਾਰ ਨੇ ਲਿਖਤੀ 'ਚ ਮੰਨ ਲਿਆ ਵੀ ਇਹਦੇ 'ਚ ਕੁਝ ਕਮੀਆਂ ਹੈਗੀਆਂ। ਇਹਦਾ ਮਤਲਬ ਹੁਣ ਸਿਰਫ ਹੰਕਾਰ ਉਹਨਾਂ ਨੂੰ ਰੋਕ ਰਿਹਾ। ਮਨ ਤੇ ਉਹ ਵੀ ਕਹੇ ਆ ਵੀ ਗਲਤੀ ਅਸੀਂ ਕਰ ਲਈ ਆ, ਲੇਕਿਨ ਉਹ ਹੰਕਾਰ ਰੋਕ ਰਿਹਾ। ਉਸ ਹੰਕਾਰ ਨੂੰ ਲੋਕਾਂ ਨੇ ਤੋੜ ਦੇਣਾ ਆ। ਜਿਹੜਾ ਸਰਕਾਰ ਨੂੰ ਮੋਰਲ ਸਪੋਰਟ ਮਿਲ ਰਿਹਾ ਸੀ ਕੁਝ ਵਿਦਵਾਨਾਂ ਦਾ, ਕਹਿ ਸਕਦੇ ਆ ਸੋ ਕਾਲਡ ਵਿਦਵਾਨਾਂ ਦਾ, ਜਾਂ ਕੁਝ ਬਹੁਤ ਵੱਡੇ ਪੱਤਰਕਾਰਾਂ ਦਾ, ਜਿਹੜੇ ਸਰਕਾਰੀ ਮੀਡੀਆ ਦਾ, ਉਹਨਾਂ ਦੀ ਬਹੁਤ ਵੱਡੀ ਨੈਤਿਕ ਹਾਰ ਇਹ ਹੋਈ ਹੈ। ਥੈਂਕ ਯੂ ਵੈਰੀ ਮਚ ਕੰਗ ਜੀ। ਦੁਬਾਰਾ ਆਵਾਂਗਾ ਤੁਹਾਡੇ ਵੱਲ। ਡਾਕਟਰ ਸੰਧੂ, ਕੰਗ ਸਾਹਿਬ ਨੇ ਜਿਹੜਾ ਸਵਾਲ ਖੜਾ ਕੀਤਾ ਹੈ ਕਿ ਜੋ ਪ੍ਰਸਤਾਵ ਭੇਜਿਆ ਗਿਆ, ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਰਾਤ ਜਿਹੜਾ ਅਮਿਤ ਸ਼ਾਹ ਨਾਲ ਮੀਟਿੰਗ ਹੋਈ, ਇਹ ਲੱਗਦਾ ਹੈ ਕਿ ਜਿਹੜੀ ਸਰਕਾਰ ਇਹ ਮੰਨਣ ਲਈ ਤਿਆਰ ਨਹੀਂ ਸੀ। ਕਹਿੰਦੇ ਸੀ ਕਿ ਕਾਂਗਰਸ ਪਾਰਟੀ ਦੂਜੀਆਂ ਤਰ੍ਹਾਂ ਗੁੰਮਰਾਹ ਕਰ ਰਹੀਆਂ, ਹੁਣ ਆਪ ਹੀ ਪ੍ਰਸਤਾਵ ਭੇਜ ਰਹੀਆਂ ਕਿ ਸਾਡੇ ਤੋਂ ਬਹੁਤ ਵੱਡੀਆਂ ਇਹਦੇ 'ਚ ਗਲਤੀਆਂ ਕਿਤਾਈ ਰਹਿ ਗਈਆਂ, ਪਰ ਕਿਰਪਾ ਕਰਕੇ ਸੋਧਾਂ ਕਰਵਾ ਲਓ, ਪੂਰੇ ਦਾ ਪੂਰਾ ਡੱਬਾ ਨਾ ਬਦਲੋ। ਕਿਸਾਨ ਕਹਿੰਦੇ ਅਸੀਂ ਡੱਬਾ ਹੀ ਬਦਲਾਂਗੇ, ਅਸੀਂ ਸੋਧਾਂ ਨਹੀਂ ਕਰਾਉਣੀਆਂ। ਕਿ ਨੈਤਿਕ ਹਾਰ ਹੈ, ਪਹਿਲੀ ਨੈਤਿਕ ਹਾਰ ਹੈ ਮੋਦੀ ਸਰਕਾਰ ਦੀ? ਮੋਦੀ ਸਰਕਾਰ ਦੀ ਨੈਤਿਕ ਹਾਰ ਤਾਂ ਦਿਸਦੀ ਹੈ, ਹੈਗੀ ਹੈ ਜੀ, ਪਰ ਕੀ ਇਹ ਨੈਤਿਕ ਹਾਰ ਉਹਨਾਂ ਨੂੰ ਇਸ ਸੋਚਣ ਤੇ ਮਜਬੂਰ ਕਰੂਗੀ ਕਿ ਅਸੀਂ ਕਿਸਾਨਾਂ ਦੀ ਗੱਲ ਮੰਨ ਕੇ ਬਿੱਲ ਰੱਦ ਕਰਕੇ, ਲਾਅ ਡਿਪਾਰਟਮੈਂਟ ਤੋਂ ਸਲਾਹ ਲੈ ਕੇ ਔਰ ਪਾਰਲੀਮੈਂਟ 'ਚ ਰੱਦ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਵਿੱਚ ਸਾਰਿਆਂ ਨੂੰ ਬਿਠਾ ਕੇ ਨਵੇਂ ਸਿਰੇ ਤੋਂ ਸ਼ੁਰੂ ਕਰ ਲਈਏ? ਇਹ ਬਹੁਤ ਵੱਡਾ ਸਵਾਲ ਹੈ। ਇਹ ਹੰਕਾਰੀ ਲੋਕ ਨੇ, ਔਰ ਖਾਸ ਕਰਕੇ ਜਿਹੜੇ ਉਤਲੇ ਦੋ ਹੈ ਨਾ, ਇਹ ਤਾਂ ਇਹ ਸਮਝਦੇ ਆ ਬਈ ਸਾਡਾ ਕੀ ਵਿਗਾੜ ਲੈਣਗੇ ਇਹ।
ਇਹਨਾਂ ਨੂੰ ਲਾੜੇ ਲਾਈ ਰੱਖੋ, ਦੇਖਦੇ ਆ ਇਹਨਾਂ ਦੀ ਪੇਸ਼ੈਂਸ ਨੂੰ ਟਰਾਈ ਆਊਟ ਕਰਦੇ ਆ। ਤੁਸੀਂ ਇਹ ਵੇਖੋ ਸਾਰੀ ਬੀਜੇਪੀ, ਸਮ੍ਰਿਤੀ ਇਰਾਨੀ ਵਰਗੀਆਂ ਜਿਹੜੀਆਂ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਮੂਲੀ ਤੋੜ ਕੇ ਖੇਤ ਚੋਂ ਸਾਫ਼ ਕਰਕੇ ਖਾ ਕੇ ਨਹੀਂ ਵੇਖੀ, ਉਹ ਵੀ ਕਹਿੰਦੀਆਂ ਸੀ ਬੜਾ ਵਧੀਆ ਕਾਨੂੰਨ ਹੈ। ਬਾਦਲ ਸਾਹਿਬ ਕਹੀ ਜਾਂਦੇ ਸੀਗੇ ਉਹ ਕਾਕਾ ਤੁਹਾਨੂੰ ਸਮਝ ਨਹੀਂ ਆਈ। ਮੈਂ ਵਾਰੀ-ਵਾਰੀ ਇੱਕੋ ਗੱਲ ਕਹਿਣਾ ਵੀ ਐਤਕੀ ਪਹਿਲੀ ਵਾਰੀ ਨਾ ਸਿਰਫ ਕਿਸਾਨਾਂ ਨੂੰ ਪਰ ਹਰ ਫਿਰਕੇ ਦੇ ਉਸ ਆਦਮੀ ਨੂੰ ਜਿਹੜਾ ਰੋਟੀ ਖਾਂਦਾ ਹੈ, ਜਿਹੜਾ ਦਾਲਾਂ ਖਾਂਦਾ, ਜਿਹੜਾ ਸਬਜ਼ੀਆਂ ਖਾਂਦਾ, ਜਿਹੜਾ ਫਰੂਟ ਖਾਂਦਾ, ਉਹਨੂੰ ਪਹਿਲੀ ਵਾਰੀ ਸਮਝ ਆਈ ਹੈ ਵੀ ਸਰਕਾਰ ਸਾਡੇ ਨਾਲ ਕਿਤਾਂ ਕੀ ਖੇਡਦੀ ਹਰ ਵਾਰੀ, ਕਿਸਾਨ ਨਾਲ ਕੀ ਕਿਤਾਂ ਖੇਡ, ਸਮਝ ਹੀ ਪਹਿਲੀ ਵਾਰੀ ਆਈ ਹੈ ਜੀ। ਇਹ ਕਹਿੰਦੇ ਸਮਝ ਨਹੀਂ ਆਈ, ਮੈਂ ਕਹਿੰਦਾ ਸਮਝ ਹੀ ਹੁਣ ਆਈ ਹੈ। ਜੇ ਸਮਝ ਆ ਗਈ ਤੇ ਹੁਣ ਉਹ ਸਮਝ ਦਾ ਸਿੱਟਾ ਇਹ ਹੈ ਕਿ ਯਾਰ ਲੁੱਟੇ ਗਏ ਜਮਾਂ ਹੀ 47 ਤੋਂ ਲੈ ਕੇ ਹੁਣ ਤਾਈਂ ਸਾਡੇ ਨਾਲ ਤਾਂ ਖੇਡੀ ਜਾਂਦੇ ਆ, ਟੇਡਿਆਂ ਨਾਲ ਅਸੀਂ ਭਰੀਏ, ਮਿੰਤਾਂ ਇਹਨਾਂ ਦੀਆਂ ਅਸੀਂ ਕੱਢੀਏ, ਸਾਡੇ ਜਵਾਕ ਰੁਲਦੇ ਆ, ਸਾਡੇ ਬੱਚੇ ਨਸ਼ਿਆਂ ਚ ਲਾਤੇ, ਸਾਡੇ ਸਕੂਲ ਜਿਹੜੇ ਆ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਹੋ ਗਿਆ, ਸਰਕਾਰੀ ਹਸਪਤਾਲਾਂ ਦਾ ਬੇੜਾ ਗਰਕ ਕਰਤਾ ਉਹਨਾਂ ਨੇ, ਸਾਰੀ ਪ੍ਰਾਈਵੇਟਾਈਜੇਸ਼ਨ ਨੂੰ ਹੌਲੀ ਹੌਲੀ ਘੁੰਨ ਵਾਂਗੂ ਲੱਗ ਕੇ ਕਿਤੇ ਦੀ ਕਿਤੇ ਲੈ ਕੇ ਕਿਸਾਨੀ ਖਤਮ ਕਰਨ ਤੇ ਆ ਗਏ। ਹੁਣ ਜੇ ਕਿਸਾਨੀ ਖਤਮ ਹੋ ਗਈ ਜਾਵਾਂਗੇ ਕਿੱਧਰ ਨੂੰ? ਸਾਡੇ ਕੋਲ ਤਾਂ ਹੋਰ ਕਿੱਤਾ ਹੀ ਕੋਈ ਨਹੀਂ, ਅਸੀਂ ਕਿਹੜੀਆਂ ਐਮਈ ਕੀਤੀ ਇੰਜੀਨੀਅਰਿੰਗ ਦੀਆਂ। ਸੋ ਐਤਕੀ ਸਮਝ ਆ ਗਈ ਹਰ ਕੋਸ ਬੰਦੇ ਨੂੰ ਜਿਹੜਾ ਇਸ ਗੱਲ ਦਾ ਦਰਦ ਰੱਖਦਾ ਵੀ ਭਾਈ ਰੋਟੀ ਤਾਂ ਬਹੁਤ ਜ਼ਰੂਰੀ ਹੈ, ਕਿਸਾਨ ਵੀ ਜ਼ਰੂਰੀ ਹੈ ਜੀ, ਨੋ ਫਾਰਮਰ ਨੋ ਫੂਡ। ਤਾਂ ਐਤਕੀ ਸਮਝ ਆ ਗਈ, ਉਹ ਸਮਝ ਆ ਗਈ ਤਾਂ ਡਾਕਟਰ ਸੰਧੂ ਪੈ ਗਿਆ ਵੀ ਇੱਕ ਮਿੰਟ ਸਰ, ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਲੋਕਾਂ ਨੂੰ ਸਮਝ ਪਈ ਹੈ, ਇੱਕ ਲੱਗਦਾ ਕਿ ਬਹੁਤ ਵੱਡਾ ਦਬਾਅ ਵੀ, ਬਹੁਤ ਵੱਡਾ ਪ੍ਰੈਸ਼ਰ ਵੀ ਇਸ ਵੇਲੇ, ਚਾਹੇ ਜੇ ਕੇਂਦਰ ਸਰਕਾਰ ਮੰਨਣ ਲਈ ਤਿਆਰ ਨਹੀਂ ਕਿ ਸਾਡੇ ਤੇ ਕੋਈ ਦਬਾਅ ਹੈ, ਪਰ ਇਹ ਦਬਾਅ ਹੀ ਹੈ ਜਿਹੜੀਆਂ 5-5 7-7 ਘੰਟੇ ਮੀਟਿੰਗਾਂ, ਪ੍ਰਸਤਾਵ। ਲੱਗਦਾ ਕਿ ਕਿਸਾਨੀ ਇਸ ਗੱਲ ਦੇ ਵਿੱਚ ਤਾਂ ਸਫਲ ਹੋਈ ਹੈ ਕਿ ਕਿਸੇ ਵੀ ਧਿਰ ਨੇ ਮੋਦੀ ਸਰਕਾਰ ਤੇ ਦੂਜੀ ਪਾਰੀ ਖੇਡਣ ਤੋਂ ਲੈ ਕੇ ਕਦੇ ਵੀ ਇੰਨਾ ਦਬਾਅ ਨਹੀਂ ਬਣਾਇਆ ਜਿੰਨਾ ਕਿਸਾਨੀ ਧਿਰ ਇਸ ਵੇਲੇ ਦਬਾਅ ਬਣਾ ਚੁੱਕੀ ਹੈ। ਸਹੀ ਹੈ ਗੱਲ ਡਾਕਟਰ ਸੰਧੂ? ਇਹ ਤਾਂ ਜੀ ਜਿਵੇਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਇਹਦਾ ਮਤਲਬ ਹੋਰ ਨਿਕਲਦਾ, ਜੱਟ ਬਾਣੀਏ ਨੇ ਜੱਟ ਢਾਲਿਆ ਤੇ ਉੱਤੇ ਬੈਠਾ ਰੋਂਦਾ ਕਿ ਜਦੋਂ ਛੱਡੂਗਾ ਉਦੋਂ ਕੁੱਟੂਗਾ। ਇਹ ਤਾਂ ਪਤਾ ਨਹੀਂ ਵੀ ਜੇ ਕਰੀ ਢਾਲਿਆ ਦੂਜੀ ਵਾਰੀ ਵੀ ਢਾਲੇਗਾ, ਉਹ ਨਹੀਂ ਖਿਆਲ। ਗੱਲ ਇਹਨਾਂ ਦੀ ਸਿਰਫ ਇੰਨੀ ਹੈ, ਢੀਠਪਣਾ ਹੈ, ਬੇਸ਼ਰਮੀ ਹੈ, ਔਰ ਇਹ ਆਪਦੀ ਹਾਰ ਮੰਨ ਨਹੀਂ ਸਕਦੇ। ਇਹਨਾਂ ਦੀ ਮਾਨਸਿਕਤਾ ਇਹਨਾਂ ਦੇ DNA 'ਚ ਹੈ, ਮੋਦੀ ਦੇ ਤੇ ਅਮਿਤ ਸ਼ਾਹ ਦੇ। ਇਹ ਅੜਨਗੇ ਜੀ, ਇਹ ਬਹੁਤ ਦੇਰ ਹੋਰ ਅੜਨਗੇ ਕਿ ਨਹੀਂ ਹੋਰ 8 ਦੀ ਥਾਂ ਤੇ 18 ਸੰਸ਼ੋਧਨ ਕਰ ਦਿੰਦੇ ਆ ਪਰ ਅਸੀਂ ਬਿੱਲ ਵਾਪਸ ਲੈਣਾ। ਇਹ ਕੁਐਸਚਨ ਆਫ ਈਗੋ ਹੈ। ਤੁਸੀਂ ਦੇਖੋ ਸਾਡੇ ਮੁਲਕ ਦੀ ਤਰਾਸਦੀ ਵੇਖੋ ਕਿ ਪ੍ਰਧਾਨ ਮੰਤਰੀ ਸਾਡਾ ਈਗੋਇਸਟਿਕ ਇੰਨਾ ਹੈ ਕਿ ਸਾਰੀ ਜਨਤਾ, ਤਕਰੀਬਨ ਸਾਰੀ ਜਨਤਾ ਰੌਲਾ ਪਾ ਰਹੀ ਹੈ, ਸੁਣ ਲਾ ਭਾਈ ਆਦਾ ਨਹੀਂ ਹਰ ਰੋਜ਼ ਬਿਆਨ ਇੱਕ ਦਿੰਦਾ ਕਿ ਇਹ ਬਿਲਕੁਲ ਠੀਕ ਨੇ, ਇਹਨਾਂ 'ਚ ਵਾਪਸ ਕਰਨ ਦੀ ਲੋੜ ਨਹੀਂ, ਇਹ ਤਾਂ ਚੇਂਜਸ ਜਿਹੜੀਆਂ ਜ਼ਰੂਰੀ ਨੇ। ਉਹ ਭਾਈ ਤੈਨੂੰ ਨਾ ਤਾਂ ਕਿਸਾਨੀ ਦੀ ਸਮਝ ਹੈ, ਨਾ ਤੈਨੂੰ ਐਗਰੀਕਲਚਰਲ ਇਕੋਨਮੀ ਦੀ ਸਮਝ ਹੈ, ਤੈਨੂੰ ਜਾਲੀਦਾਰੀਆਂ ਡਿਗਰੀਆਂ ਤੂੰ ਗੱਲਾਂ ਕਰਦਾ ਉਹਨਾਂ ਬੰਦਿਆਂ ਨਾਲ ਜਿਹੜੇ PhD ਲਈ ਐਗਰੀਕਲਚਰ 'ਚ। ਸੋ ਥਿੰਕ ਸਰ ਕੀ ਹੈ ਜੀ ਅੰਦੇਸ਼ਾ। ਆਪਾਂ ਡਿਗਰੀਆਂ ਪਿੱਛੇ ਜੇ ਨਾ ਵੀ ਜਾਈਏ, ਮੁੱਦਿਆਂ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਲੱਗਦਾ ਕਿ ਦਬਾਅ ਤਾਂ ਬਣਿਆ ਹੋਇਆ ਹੈ। ਇੱਕ ਦਬਾਅ ਬਣਿਆ, ਇੱਕ 30 ਸਕਿੰਟ ਦੇ ਦਿਓ ਮੈਨੂੰ। ਦਬਾਅ ਬਣਿਆ ਹੋਇਆ, ਇਹ ਕੋਸ਼ਿਸ਼ਾਂ ਸਰਕਾਰ ਵੱਲੋਂ ਹੋਰ ਤੇਜ਼ ਹੋਣਗੀਆਂ ਵੀ ਇਹਨਾਂ ਤੋਂ ਜੇ ਕੋਈ ਵੀਕ ਲਿੰਕ ਹੈਗਾ ਤਾਂ ਉਸ ਵੀਕ ਲਿੰਕ ਨੂੰ ਟਾਰਗੇਟ ਕਰੀਏ। ਜੇ ਵੀਕ ਲਿੰਕ ਨਹੀਂ ਲੱਭਦਾ ਤਾਂ ਇਹਨਾਂ ਦੇ ਜਿਹੜੇ ਇਕੱਠੇ ਹੋਏ ਕਿਸਾਨ ਬੈਠੇ ਆ ਉਹਨਾਂ ਦੇ ਵਿੱਚ ਕੋਈ ਇਹੋ ਜਿਹੀ ਸ਼ਰਾਰਤ ਕਰਵਾਈਏ ਕਿਸੇ ਤੋਂ ਜਿਹਦੇ ਨਾਲ ਉੱਥੇ ਇੱਕ ਫੀਅਰ ਸਾਈਕੋਸਿਸ ਹੋ ਜੇ ਜਾਂ ਰਿਬੈਲੀਅਨ ਤੇ ਆ ਜਾਣ ਤੇ ਉਹ ਵਾਧਾ ਕਰਨ ਜਾਂ ਕੋਈ ਉਹ ਵਾਇਲੈਂਸ ਕਰਨ ਤਾਂ ਕਿ ਅਸੀਂ ਉੱਥੇ ਕਿਸੇ ਬਹਾਨੇ ਆਰਮੀ ਲਾ ਦਈਏ। ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹੋ ਜਿਹਾ ਪ੍ਰਧਾਨ ਮੰਤਰੀ ਬਿਠਾਤਾ ਲਿਆ ਕੇ ਜਿਹੜਾ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਕਿ ਮੈਂ ਫੈਸਲਾ ਕਰਤਾ, ਉਹਦੇ ਤੇ ਸੋਚਣ ਨੂੰ ਵੀ ਤਿਆਰ ਨਹੀਂ, ਵਿਚਾਰ ਕਰਨ ਨੂੰ ਵੀ ਤਿਆਰ ਨਹੀਂ। ਕਦੇ ਆਦੇ ਨੂੰ ਕਹਿੰਦਾ ਤੇ ਮੈਨੂੰ ਦੱਸੋ ਪਿਊਸ਼ ਗੋਇਲ ਦਾ ਕੀ ਕੰਮ ਆ ਵਿੱਚ ਬੈਠਣ ਦਾ? ਐਗਰੀਕਲਚਰ ਮਿਨਿਸਟਰ ਦੇ ਨਾਲ ਪਿਊਸ਼ ਗੋਇਲ ਕੀ ਕਰਦਾ? ਸੋਮਪਾਲ ਕੀ ਕਰਦਾ? ਦੇ ਆਰ ਨਾਟ ਕੰਸਰਨਡ। ਉਹ ਐਵੇਂ ਟਾਈਮ ਜ਼ਾਇਆ ਕਰਨ ਵਾਸਤੇ ਮੈਂ ਆ ਦੇਖੋ ਮੈਂ ਨਤਮਸਤਕ ਹੈ, ਮੈਂ ਸ਼ਾਬਾਸ਼ ਮੈਂ ਉਹਨਾਂ ਬੰਦਿਆਂ ਦੇ ਜਿਹੜੇ ਆਪਦਾ ਘਰ-ਬਾਰ ਛੱਡ ਕੇ ਅੰਦੋਲਨ ਲੜ ਰਿਹਾ। ਲੜਾਈ ਇਕੱਲੇ ਕਿਸਾਨ ਦੀ ਨਹੀਂ ਹੈ, ਇਹ ਲੜਾਈ ਹਿੰਦੁਸਤਾਨ ਦੇ ਫਿਊਚਰ ਦੀ ਹੈ, ਇਹ ਲੜਾਈ ਹਿੰਦੁਸਤਾਨ ਦੀ ਇਕਜੁੱਟਤਾ ਦੀ ਹੈ। ਇਹ ਮੁਲਕ ਦੇ ਟੋਟੇ ਕਰਨ ਤੇ BJP ਦੇ ਖਿਲਾਫ ਆਵਾਜ਼ ਹੈ ਲੋਕਾਂ ਦੀ ਔਰ ਦਬਾਅ ਤੁਸੀਂ ਦੇਖਿਓ। ਥੈਂਕ ਯੂ ਸਰ, ਥੈਂਕ ਯੂ ਹੋਣਾ ਪਊਗਾ। ਥੈਂਕ ਯੂ ਡਾਕਟਰ ਸੰਧੂ, ਤੱਕ ਕਰਦੇ ਹਾਂ। ਥੈਂਕ ਯੂ ਡਾਕਟਰ ਸੰਧੂ। ਓਕੇ, ਥੈਂਕ ਯੂ।
ਕੰਗ ਸਾਹਿਬ, ਇੱਕ ਮੁੱਦਾ ਜਿਹੜਾ ਬਹੁਤ ਕਿਸਾਨੀ ਅੰਦੋਲਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ, ਚਰਚਾ ਦੇ ਵਿੱਚ ਆਉਂਦਾ ਹੈ, ਉਹ ਹੈ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੀ। ਜਿੱਦਾਂ ਡਾਕਟਰ ਸੰਧੂ ਨੇ ਕਿਹਾ ਹੈ ਕਿ ਮੈਂ ਸਲਾਮ ਕਰਦਾ ਹਾਂ, ਬਹੁਤ ਵੱਡਾ ਸੰਘਰਸ਼ ਹੈ। ਉਹ ਸੰਘਰਸ਼ ਨੂੰ ਇੱਥੋਂ ਤੱਕ ਲੈ ਕੇ ਜਾਣ ਲਈ ਜਿੱਥੇ ਸਮੁੱਚੇ ਪੰਜਾਬੀਆਂ ਦਾ, ਦੇਸ਼ ਦੇ ਲੋਕਾਂ ਦਾ ਯੋਗਦਾਨ ਹੈ, ਕਿਧਰੇ ਜਿਹੜੀ ਵੱਖ-ਵੱਖ ਵਖਰੇਵੇਂ ਹੋਣ ਦੇ ਬਾਵਜੂਦ ਵੀ ਦੇਖੋ 30-32 ਜਥੇਬੰਦੀਆਂ, 40 ਜਥੇਬੰਦੀਆਂ ਕੋਈ ਛੋਟੀ ਗੱਲ ਨਹੀਂ ਹੁੰਦੀ। ਇੱਕ ਲੀਡਰਸ਼ਿਪ ਨਹੀਂ, ਅਲੱਗ-ਅਲੱਗ ਲੀਡਰਸ਼ਿਪ ਹੈ, ਅਲੱਗ-ਅਲੱਗ ਧੜੇ ਹੈ। ਇਹਦੇ ਬਾਵਜੂਦ ਇਸ ਸਿਖਰ ਤੱਕ ਅੰਦੋਲਨ ਨੂੰ ਲੈ ਕੇ ਜਾਣਾ ਕਿਸਾਨ ਜਥੇਬੰਦੀਆਂ ਦੀ ਕਿਧਰੇ ਸੂਝ-ਬੂਝ ਦਾ ਪ੍ਰਗਟਾਵਾ ਤਾਂ ਹੈ ਕਿ ਨਹੀਂ ਹੈ? ਕੀ ਕਹੋਗੇ ਕੰਗ ਜੀ? ਬੜਾ ਇਹ ਆਬਵੀਅਸ ਜੀ ਗੱਲ ਹੈ ਔਰ ਇਹਦੇ ਤੇ ਸਾਨੂੰ ਬੜਾ ਮਾਣ ਹੈ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਆਪਣੇ ਨਿੱਜੀ ਸਾਰੇ ਜਿਹੜੇ ਵਖਰੇਵੇਂ ਸੀ ਉਹਨਾਂ ਨੂੰ ਇੱਕ ਪਾਸੇ ਰੱਖਦੇ ਹੋਏ ਇਸ ਐਜੀਟੇਸ਼ਨ ਨੂੰ ਐਂਟੀ ਫਾਰਮਰ ਬਿੱਲਾਂ ਦੇ ਖਿਲਾਫ ਜਿਹੜੀ ਮੂਵਮੈਂਟ ਚਲਾਈ ਆ। ਔਰ ਜਿਸ ਡੈਮੋਕ੍ਰੈਟਿਕ ਤਰੀਕੇ ਦਾ ਦੇਖੋ, ਕੋਈ ਵੀ ਜਦੋਂ ਇਸ਼ੂ ਹੁੰਦਾ ਉਹਨਾਂ ਕੋਲ ਹੁੰਦਾ ਹੈ ਜਾਂ ਕੋਈ ਗੱਲ ਹੁੰਦੀ ਆ, ਪਹਿਲਾਂ ਉਹ ਮੀਟਿੰਗ ਕਰਦੇ ਆ ਆਪਸ ਸਾਰੀਆਂ ਜਥੇਬੰਦੀਆਂ, ਇੱਕ ਇੱਕ ਮੁੱਦੇ ਤੇ, ਇੱਕ ਇੱਕ ਪੁਆਇੰਟ ਤੇ ਬਹੁਤ ਵਿਚਾਰ ਕੇ ਤਰਕ ਨਾਲ, ਲੌਜਿਕ ਨਾਲ ਫਿਰ ਆਪਣੇ ਸਪੋਕਸਮੈਨ ਤੈਅ ਕਰਦੇ ਆ, ਫਿਰ ਆਪਣੇ ਬੁਲਾਰੇ ਤੈਅ ਕਰਦੇ ਆ, ਫਿਰ ਆਪਣੇ ਆਨਸਰ ਤੈਅ ਕਰਦੇ ਆ, फिर वो हरेक मिनिस्टर को की पॉइंट ऑफ व्यू रखना, कौन ओदी पहल करूगा, कौन सेकंड करूगा। मैं सिद्धू साहब दावे ना कह सकदा तुहाडे इस चैनल ते सरकार दे किसी भी मिनिस्टर ने आज तक इस तरह का होमवर्क नहीं किया होगा। उन्हां नूं बहुत वड्डी मुश्किल आ रही है। वो वड्डे वड्डे IAS अफसरां दा जखीरा लैके बैठते आ, लेकिन साडे किसान लीडर उन्हां नूं लाजवाब करके उठते आ, हर बार लाजवाब करके उठते आ। ਇਹ ਆਪਣੇ ਆਪ ਚ ਬਹੁਤ ਵੱਡਾ ਉਦਾਹਰਣ ਪੇਸ਼ ਕੀਤਾ ਆ ਔਰ ਇਹ ਤੇ ਸਾਨੂੰ ਬੜਾ ਮਾਣ ਮਹਿਸੂਸ ਹੋਣਾ ਚਾਹੀਦਾ ਹੈ, ਸਾਨੂੰ ਪ੍ਰਾਈਡ ਫੀਲ ਹੋਣਾ ਚਾਹੀਦਾ। ਦੂਸਰੀ ਜਿਹੜੀ ਗੱਲ ਕੰਗ ਸਾਹਿਬ ਮੈਂ ਜੀ ਕੰਗ ਸਾਹਿਬ, ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ, ਇਹਦੇ ਨਾਲ ਮੈਂ ਜੁੜਵਾਂ ਸਵਾਲ ਜ਼ਰੂਰ ਲੈਣਾ ਚਾਹਾਂਗਾ। ਪ੍ਰਧਾਨ ਮੰਤਰੀ ਤੋਂ ਲੈ ਕੇ ਜਿੱਦਾਂ ਡਾਕਟਰ ਸੰਧੂ ਨੇ ਵੀ ਕਿਹਾ, ਹੇਠਲੇ ਪੰਜਾਬ ਦੇ ਭਾਜਪਾ ਦੇ ਆਗੂਆਂ ਤੱਕ ਸਭ ਨੇ ਇਹ ਕਿਹਾ ਕਿ ਕਿਸਾਨ ਆਗੂਆਂ ਨੂੰ ਗੁੰਮਰਾਹ ਕੀਤਾ ਗਿਆ। ਹੁਣ ਜਦੋਂ ਦਿੱਲੀ 'ਚ ਜਾ ਕੇ ਸਿਖਰ ਤੇ ਲੜਾਈ ਪਹੁੰਚ ਗਈ ਹੈ ਤਾਂ ਲੱਗਦਾ ਹੈ ਕਿ ਕਿਸਾਨ ਆਗੂਆਂ ਨੇ ਸਪਸ਼ਟ ਕਰ ਦਿੱਤਾ ਕਿ ਗੁੰਮਰਾਹ ਦਾ ਕੇਂਦਰ ਹੋਇਆ, ਕਿਸਾਨ ਆਗੂ ਗੁੰਮਰਾਹ ਨਹੀਂ ਹੈ। ਨਹੀਂ, ਬੇਸਿਕਲੀ ਭਾਜਪਾ ਦੇ ਲੀਡਰਾਂ ਨੇ ਪਹਿਲਾਂ 2-3 ਮਹੀਨੇ ਆਪਣੀ ਸਰਕਾਰ ਨੂੰ ਗੁੰਮਰਾਹ ਕਰੀ ਰੱਖਿਆ। ਉਹਨਾਂ ਨੇ ਵਸਤੂ ਸਥਿਤੀ ਪੰਜਾਬ ਦੀ ਔਰ ਹਰਿਆਣੇ ਦੀ ਉੱਥੇ ਦੱਸੀ ਨਹੀਂ। ਔਰ ਤੁਸੀਂ ਦੇਖਿਆ ਹੋਊਗਾ ਜਿਹੜੇ ਲੀਡਰ ਪਿਛਲੇ 2-3 ਮਹੀਨੇ ਚ ਬੜੀ ਵਕਾਲਤ ਕਰ ਰਹੇ ਸੀ ਇੱਥੇ ਪੰਜਾਬ 'ਚ, ਉਹ ਹੁਣ ਦਿਖ ਨਹੀਂ ਰਹੇ। ਉਹਨਾਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ। ਸਰਕਾਰ ਦੇ ਜਿਹੜੇ ਸੁਪਰੀਮ ਲੈਵਲ ਦੇ ਲੋਕ ਹੈ ਜਾਂ ਮੰਤਰੀ ਹੈ, ਉਹਨਾਂ ਨੂੰ ਵੀ ਇਹ ਮਹਿਸੂਸ ਹੋਇਆ ਔਰ ਉਹਨਾਂ ਨੂੰ ਕਹਿਣ ਨੂੰ ਮਜਬੂਰ ਹੋਣਾ ਪਿਆ ਵੀ ਫਾਰਮਰ ਐਜੀਟੇਸ਼ਨ ਕਰ ਰਹੇ ਆ। ਐਗਰੀਕਲਚਰ ਮਿਨਿਸਟਰ ਨੂੰ ਇਹ ਕਹਿਣ ਨੂੰ ਮਜਬੂਰ ਹੋਣਾ ਪਿਆ ਵੀ ਉਹਨਾਂ ਦੇ ਜਿਹੜੇ ਕੁਝ ਚਿੰਤਾਵਾਂ ਵਾਜਬ ਹੈ ਔਰ ਅੱਜ ਉਹਨਾਂ ਨੇ ਅਮੈਂਡਮੈਂਟ ਦਾ ਪ੍ਰਪੋਜ਼ਲ ਵੀ ਭੇਜਤਾ। ਔਰ ਮੈਂ ਇੱਕ ਗੱਲ ਹੋਰ ਇੱਥੇ ਜ਼ਰੂਰ ਕਹਿਣਾ ਚਾਹੂੰਗਾ, ਹੁਣ ਸਾਡੀ ਜਿਹੜੀ ਸਥਿਤੀ ਹੈ ਸਾਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ। ਹੁਣ ਸਰਕਾਰ ਨੇ ਹਰੇਕ ਹੀਲੇ ਵਸੀਲੇ ਨਾਲ, ਹਰੇਕ ਕੂਟਨੀਤੀ ਨਾਲ, ਹਰੇਕ ਮਾੜੀ ਨੀਤੀ ਨਾਲ, ਜਿਹਦਾ ਇਸ਼ਾਰਾ ਅੱਜ ਇੱਕ ਕਿਸਾਨ ਲੀਡਰ ਨੇ ਵੀ ਕੀਤਾ ਸੀ ਵੀ ਮੰਦਸੌਰ ਜਦੋਂ ਕਿਸਾਨ ਐਜੀਟੇਸ਼ਨ ਹੋਇਆ ਸੀ, ਸਰਕਾਰ ਨੇ ਕੁਝ ਆਪਣੇ ਹੀ ਜਥੇਬੰਦੀਆਂ ਨੂੰ ਸੱਦ ਕੇ ਉਹਨਾਂ ਤੋਂ ਉਹਦੀ ਸਹਿਮਤੀ ਕਰਵਾ ਲਈ, ਬਾਅਦ ਚ ਕਿਸਾਨਾਂ ਤੇ ਜਿਹੜਾ ਹੈ ਵਾਇਲੈਂਸ ਕਰਕੇ ਗੋਲੀਆਂ ਮਾਰਤੀਆਂ। ਇਹੋ ਜਿਹੀ ਨਾਪਾਕ ਕੋਸ਼ਿਸ਼ ਵੀ ਸਰਕਾਰ ਕਰੂਗੀ। ਸਾਡੇ ਸਾਰੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਇਕਜੁੱਟਤਾ ਰੱਖਣ ਦੀ ਲੋੜ ਹੈ ਔਰ ਉੱਥੇ ਭਾਈਚਾਰਾ ਰੱਖਣ ਦੀ ਲੋੜ ਹੈ। ਔਰ ਸਭ ਤੋਂ ਜ਼ਰੂਰੀ, ਬੇਬੁਨਿਆਦ ਬਿਆਨ ਕਈ ਲੋਕ ਜਾ ਕੇ ਉੱਥੇ ਆਪਣੀਆਂ ਰੋਟੀਆਂ ਪਕਾਉਣ ਦੇ ਮਾਰੇ ਧਾਰਮਿਕ ਜਾਂ ਸਿਆਸੀ ਦਿੰਦੇ ਸੀ, ਉਹਨਾਂ ਤੋਂ ਬਚਣਾ ਪਊਗਾ। ਨਿਰੋਲ ਖੇਤੀ ਔਰ ਖੇਤੀ ਦੇ ਆਲੇ ਦੁਆਲੇ ਦੀ ਗੱਲ ਕਰਨੀ ਪਊਗੀ। ਇਹਨਾਂ ਬਿੱਲਾਂ ਦੇ ਆਲੇ ਦੁਆਲੇ ਨਾਲੇ ਲੜਾਈ ਅੱਗੇ ਲੰਬੀ ਜੀ ਕੰਗ ਜੀ, ਬਿਲਕੁਲ ਕੰਗ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਸੰਘਰਸ਼ਕਾਰੀਆਂ ਕਿਸਾਨ ਜਥੇਬੰਦੀ ਨੇ ਕੇਂਦਰ ਵੱਲੋਂ ਆਏ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਰੱਦ ਕਰ ਦਿੱਤਾ ਤੇ ਇਹ ਦਿੱਤਾ ਹੋਕਾ ਕਿ ਅੰਦੋਲਨ ਹੋਰ ਵੀ ਤੇਜ਼ ਹੋਏਗਾ। ਇਸੇ ਮੁੱਦੇ ਤੇ ਕਰਾਂਗੇ ਚਰਚਾ ਛੋਟੀ ਜਿਹੀ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ
ਕੇਂਦਰ ਦੇ ਨਵੇਂ ਖੇਤੀ ਪ੍ਰਸਤਾਵ ਰੱਦ। ਇਸ ਮੁੱਦੇ ਤੇ ਸਾਡੇ ਨਾਲ ਚਰਚਾ 'ਚ ਸ਼ਾਮਲ ਨੇ ਕਾਂਗਰਸ ਪਾਰਟੀ ਦੇ ਬੁਲਾਰੇ ਡਾਕਟਰ ਗੁਰਪ੍ਰੀਤ ਸਿੰਘ ਸੰਧੂ, ਇਸੇ ਤਰੀਕੇ ਨਾਲ ਯੁਵਾ ਨੇਤਾ ਮਾਲਵਿੰਦਰ ਸਿੰਘ ਕੰਗ, ਆਮ ਆਦਮੀ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਹੀੜਾ ਜੀ। ਇਹਨਾਂ ਮੁੱਦਿਆਂ ਤੇ ਆਪਾਂ ਲੈ ਰਹੇ ਹਾਂ ਸਵਾਲ। ਜਗਤਾਰ ਸਿੰਘ ਹੀੜਾ ਜੀ, ਇਸ ਮੁੱਦੇ ਤੇ ਜਦੋਂ ਆਪਾਂ ਚਰਚਾ ਕਰ ਰਹੇ ਹਾਂ, ਜਿਸ ਤਰੀਕੇ ਨਾਲ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਨੇ ਪ੍ਰਸਤਾਵ ਨੂੰ ਰੱਦ ਕੀਤਾ ਹੈ ਜੋ ਕੇਂਦਰ ਵੱਲੋਂ ਪੇਸ਼ ਕੀਤਾ ਗਿਆ, 6-7 ਮੀਟਿੰਗਾਂ ਕਰਨ ਤੋਂ ਬਾਅਦ ਇਹ ਸਥਿਤੀ ਹੈ। ਲੱਗਦਾ ਹੈ ਕਿ ਕੇਂਦਰ ਯਤਨ ਤਾਂ ਕਰ ਰਿਹਾ ਕਿ ਜੀ ਅਸੀਂ ਮੀਟਿੰਗ ਦੇ ਰਹੇ ਮਸਲੇ ਹੱਲ ਕਰ ਰਹੇ ਹਾਂ। ਅਜੇ ਵੀ ਕੇਂਦਰ ਦੇ ਮੰਤਰੀ ਇਸ ਵੇਲੇ ਵੀ ਇਹ ਬਿਆਨ ਦੇ ਰਿਹਾ ਕਿ ਜੀ ਮਾਮਲਾ ਜਲਦੀ ਹੱਲ ਹੋ ਜਾਏਗਾ, ਪਰ ਜਿਸ ਤਰੀਕੇ ਨਾਲ ਕੇਂਦਰ ਦੀ ਇਹ ਨੀਤ ਨਜ਼ਰ ਆ ਰਹੀ ਹੈ, ਕਿਸਾਨ ਪ੍ਰਸਤਾਵ ਰੱਦ ਕਰ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਕੇਂਦਰ ਦੇ ਇਰਾਦਿਆਂ ਪ੍ਰਤੀ ਜਿਹੜੇ ਸ਼ੰਕੇ ਹੈ ਉਹ ਹੋਰ ਵੀ ਉੱਭਰਦੇ ਨਜ਼ਰ ਆ ਰਹੇ ਹੈ। ਜਗਤਾਰ ਜੀ। ਸਿੱਧੂ ਸਾਹਿਬ, ਜਿਹੜੀ ਇਹ ਮਸਲਾ ਹੈਗਾ ਆ ਖੇਤੀਬਾੜੀ ਦੇ, ਕੋਈ ਇਹ ਨਹੀਂ ਹੈ ਕੋਈ ਐਗਜ਼ੀਕਿਊਟਿਵ ਆਰਡਰ ਪਾਸ ਕਰਤੇ ਆ ਕਿਸੇ ਅਧਿਕਾਰੀ ਨੇ ਜਾਂ ਸਰਕਾਰ ਨੇ, ਕੋਈ ਮਾਮੂਲੀ ਜਿਹੀ ਤਰਮੀਮ ਕਰਤੀ ਆ ਕਿਸੇ ਬਾਈ ਲਾਜ਼ ਦੇ ਵਿੱਚ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਨਵੇਂ 3 ਕਾਨੂੰਨ ਆਏ ਆ ਜਿਹੜੇ ਇੰਟਾਇਰਲੀ ਡਿਫਰੈਂਟ ਖੇਤੀਬਾੜੀ ਦਾ ਮੁਹਾਂਦਰਾ ਹੀ ਚੇਂਜ ਕਰ ਦਿੰਦੇ ਆ, ਉਹਦਾ ਸਾਰਾ ਕੁਝ ਹੀ ਤਬਦੀਲ ਹੋ ਜਾਣਾ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੈ ਤੇ ਸਰਕਾਰ ਵੀ ਕਹਿ ਰਹੀ ਹੈ। ਹੁਣ ਜਿਹੜਾ ਸਰਕਾਰ ਕਹਿ ਰਹੀ ਹੈ ਕਿਸਾਨਾਂ ਦੇ ਹੱਕ 'ਚ ਜਾਣਗੇ ਬਿੱਲ, ਜਦ ਕਿ ਕਿਸਾਨ ਕਹਿ ਰਹੇ ਆ ਕਿ ਇਹ ਕਿਸਾਨੀ ਨੂੰ ਤਬਾਹ ਕਰ ਦੇਣਗੇ, ਪੰਜਾਬ ਨੂੰ ਤਬਾਹ ਕਰ ਦੇਣਗੇ, ਕਿਸਾਨਾਂ ਦੇ ਬਿਲਕੁਲ ਹੱਕ ਦੇ ਨਹੀਂ ਹੈਗੇ ਬਿੱਲ। ਤੇ ਮੈਜੋਰਿਟੀ ਟੈਕਨੋਕ੍ਰੇਟਸ ਵੀ, ਇਕੋਨੋਮਿਸਟ ਵੀ, ਬੁੱਧੀਜੀਵੀ ਵੀ ਇਹੀ ਕਹਿ ਰਹੇ ਆ ਕਿ ਇਹ ਸਾਰੇ ਬਿੱਲ ਜਿਹੜੇ ਆ ਇਹ MNC ਦੇ, ਮਲਟੀਨੈਸ਼ਨਲ ਕੰਪਨੀ ਦੇ ਵੱਡੇ ਵਪਾਰੀਆਂ ਦੇ ਹੱਕ 'ਚ ਜਾਂਦੇ ਆ। ਸਾਡੇ ਨਾਲ ਅੱਜ ਮਲਵਿੰਦਰ ਸਿੰਘ ਕੰਗ ਜੀ ਬੈਠੇ ਆ, ਇਹ ਇਸੇ ਹੀ ਮੁੱਦੇ ਤੇ ਆਪਣੀ ਪਾਰਟੀ ਤੋਂ ਰਿਜ਼ਾਈਨ ਕਰਕੇ ਆਏ ਆ, ਜਦਕਿ ਇਹਨਾਂ ਦੀ ਉੱਥੇ ਬਹੁਤ ਵਧੀਆ ਪੋਜੀਸ਼ਨ ਸੀਗੀ। ਸੋ ਜਿਸ ਤਰ੍ਹਾਂ ਸ਼ੁਰੂ ਤੋਂ ਭਾਰਤੀ ਜਨਤਾ ਪਾਰਟੀ ਨੇ ਉਹ ਬੋਲਣ ਨੂੰ, ਜਿੱਥੋਂ ਤੱਕ ਕਿਸਾਨਾਂ ਦੀ ਗੱਲ ਹੈ, ਰੋਜ਼ 10-10 ਵਾਰੀ ਕਹਿੰਦੇ ਆ ਕਿਸਾਨ ਹਿਤੈਸ਼ੀ ਆ, ਅਸੀਂ ਸਾਡੇ ਹੀ ਕਿਸਾਨ ਨੇ, ਅਸੀਂ ਮਸਲਾ ਸੁਲਝਾ ਲਵਾਂਗੇ, ਪਰ ਬਹੁਤ ਹੌਲੀ ਅੱਗੇ ਨੂੰ ਚੱਲ ਰਹੇ ਆ। ਪਹਿਲਾਂ ਤਾਂ ਗੱਲ ਹੀ ਨਹੀਂ ਸੁਣੀ ਕਿਸੇ ਨੇ, ਚਲੋ ਮੈਂ ਉਹ ਹਿਸਟਰੀ ਰਿਪੀਟ ਨਹੀਂ ਕਰਨੀ ਚਾਹੁੰਦਾ। ਹੁਣ ਜਿਹੜੀ ਗੱਲਬਾਤ ਆ, ਇਹ ਜਿਹੜੀ ਮੈਂ ਪਹਿਲਾਂ ਗੱਲ ਕਹਿ ਰਿਹਾ ਸੀ ਕਿ ਬਹੁਤ ਵੱਡੀ ਗੱਲ ਹੈ ਇਹ। ਇੱਕ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣਾ ਜਾਂ ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਕਰਨਾ ਜਾਂ ਸਹੂਲਤਾਂ 'ਚ ਵਾਧਾ ਕਰਨਾ, ਕੋਈ ਇਸ ਤਰ੍ਹਾਂ ਦੀਆਂ ਮੰਗਾਂ ਥੋੜ੍ਹੀ ਆ। ਓਵਰਆਲ ਕਿਸਾਨੀ ਦਾ ਭਵਿੱਖ ਜੁੜਿਆ ਹੋਇਆ। ਤੇ ਜਿਹੜੀ ਸਰਕਾਰ ਹੈ ਉਹ ਆਪਣੇ ਪ੍ਰਸਤਾਵ ਹੁਣ ਜਿੱਥੋਂ ਤੱਕ ਪੇਸ਼ ਕਰ ਸਕੀ ਹੈ, ਪਹਿਲਾਂ ਇਹਦੇ ਨੇੜੇ ਤੇੜੇ ਵੀ ਨਹੀਂ ਸੀਗੀ। ਇਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਜੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਆ। ਦੇਖੋ ਜੇ ਨਹੀਂ ਕਹਿੰਦੀਆਂ ਮਤਲਬ ਨਹੀਂ ਹੱਲ ਹੁੰਦਾ ਜਿਹੜੀਆਂ ਤਰਮੀਮਾਂ ਡਿਸਕਸ ਹੋਈਆਂ ਜਾਂ ਜੋ ਕੁਝ ਹੋ ਰਿਹਾ ਆ, ਕਿਉਂਕਿ ਇਹ ਕੇਸ ਬਹੁਤ ਵੱਡਾ ਆ। ਸਿੱਧੂ ਸਾਹਿਬ, ਕਿਸਾਨ ਲੀਡਰ ਜਿਹੜੇ ਆ ਉਹ ਇਕੱਲਾ ਸੰਘਰਸ਼ ਚਲਾਉਣਾ ਹੀ ਨਹੀਂ ਜਾਣਦੇ। ਉਹਨਾਂ ਵਿੱਚੋਂ ਮੈਜੋਰਿਟੀ ਲੀਡਰਸ ਨੂੰ ਲਗਭਗ ਸਾਰਿਆਂ ਨੂੰ ਖੇਤੀਬਾੜੀ ਦੀ ਬੜੀ ਡੂੰਘੀ ਨੌਲੇਜ ਹੈ, ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਆ। ਤੇ ਇਹ ਜਥੇਬੰਦੀਆਂ ਦੇ ਬੜੇ ਸੀਜ਼ਨਡ ਲੀਡਰ ਨੇ, ਜਿਹੜੇ ਯੰਗ ਵੀ ਨੇ, ਜਿੱਦਾਂ ਰਾਜੇਵਾਲ ਸਾਹਿਬ ਸਭ ਤੋਂ ਪੁਰਾਣੇ ਆਗੂ ਨੇ, BKU ਦੇ ਸੀਨੀਅਰ ਆਗੂ ਨੇ, ਔਰ ਜਿਹੜੇ ਯੰਗ ਵੀ ਮੁੰਡੇ ਨੇ ਉਹ ਪੜ੍ਹੇ ਲਿਖੇ ਨੇ, ਉਹਨਾਂ ਨੂੰ ਖੁਦ ਇੰਨਾ ਤਜਰਬਾ ਆ, ਇੰਨੀ ਉਹਨਾਂ ਦੀ ਐਜੂਕੇਸ਼ਨ ਆ। ਜੇ ਉਹ ਕਹਿ ਰਹੇ ਤੇ ਇਹਦਾ ਮਤਲਬ ਹੈ ਕੋਈ, ਸਾਨੂੰ ਤਾਂ ਕਹਿ ਦੇਣਗੇ ਸਿਆਸੀ ਲੋਕ ਨੇ। ਸੋ ਇਹਦੇ ਸਿੰਘੜਾ ਜੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ। ਤੁਹਾਡੇ ਤੋਂ ਪਹਿਲਾਂ ਕੰਗ ਸਾਹਿਬ ਨੇ ਇਸੇ ਮੁੱਦੇ ਤੇ ਟੀਕਾ ਟਿੱਪਣੀ ਕਮੈਂਟਸ ਕੀਤੇ ਹੈਗੇ ਹੈ ਕਿ ਲਗਾਤਾਰ ਭਾਜਪਾ ਹੁਣ ਤੱਕ ਇਹ ਕਹਿੰਦੀ ਰਹੀ ਕਿ ਕਿਸਾਨ ਆਗੂਆਂ ਨੂੰ ਸਮਝ ਨਹੀਂ, ਗਮਰਾਹ ਹੋ ਗਿਆ, ਪਰ ਜਿਹੜਾ ਐਡਾ ਵੱਡਾ ਅੰਦੋਲਨ ਖੜਾ ਕਰ ਦਿੱਤਾ, ਉਹ ਜਿਹੜਾ ਕਿਸਾਨੀ ਲੀਡਰਸ਼ਿਪ ਦੀ ਇੱਕ ਬਹੁਤ ਵੱਡੀ ਲੀਡਰਸ਼ਿਪ ਦਾ ਕਮਾਲ ਹੈ ਕਿ ਲੱਖਾਂ ਲੋਕ ਅੱਜ ਉਹਨਾਂ ਦੇ ਹੰਗਾਰੇ ਤੇ ਦਿੱਲੀ 'ਚ ਬੈਠੇ ਆ ਔਰ ਕਹਿੰਦੇ ਆ ਕਿ ਜਿੱਤ ਕੇ ਮੁੜਾਂਗੇ, ਵਾਪਸ ਨਹੀਂ ਮੁੜਾਂਗੇ। ਇਸ ਤਰ੍ਹਾਂ ਜੀ ਮੈਂ ਸਿੱਧੂ ਸਾਹਿਬ ਤੁਹਾਡੇ ਮਾਧਿਅਮ ਰਾਹੀਂ ਫੇਰ ਇਹ ਗੱਲ ਕਹਿਣੀ ਚਾਹੁੰਦਾ ਆ, ਮੈਂ ਬਾਕੀ ਡਿਬੇਟਸ ਵਿੱਚ ਵੀ ਕਹਿੰਦਾ ਆ ਕਿ ਮੈਂ ਆਪਣੀ ਲਾਈਫ ਦੇ ਵਿੱਚ, ਇੱਕ ਤਾਂ ਹੁੰਦਾ ਨਾ ਤੁਸੀਂ ਧਿਆਨ ਨਹੀਂ ਦਿੱਤਾ, ਮੈਂ ਸ਼ੁਰੂ ਤੋਂ ਸਾਰੇ ਸੰਘਰਸ਼ਾਂ ਨਾਲ ਜੁੜਿਆ ਰਿਹਾ ਜਿਹੜੇ ਮੇਰੇ ਨਾਲ ਮੁਤਲਕ ਆ ਜਾਂ ਹੋਰ ਕਿਸੇ ਵੀ ਵਰਗ ਨੂੰ ਲੜੇ ਜਾਂਦੇ ਆ, ਮੈਂ ਉਹਦੀ ਰੈਗੂਲਰ ਸਮੀਖਿਆ ਕਰਦਾ ਆ। ਮੈਂ ਆਪਣੇ ਲਾਈਫ ਟਾਈਮ 'ਚ ਦੁਨੀਆ 'ਚ ਕਿਤੇ ਇਹੋ ਜਿਹਾ ਐਡਾ ਵੱਡਾ ਪੀਸਫੁਲ ਸੰਘਰਸ਼ ਜਿਹਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਫੀਮੇਲ ਤੱਕ, ਲੇਡੀਜ਼ ਤੱਕ, ਮਾਤਾਵਾਂ ਭੈਣਾਂ ਤੱਕ ਸਾਰਿਆਂ ਦੀ ਸਾਂਝੀ ਸ਼ਮੂਲੀਅਤ ਹੈ, ਇੰਨਾ ਵੈਲ ਕੰਟਰੋਲਡ, ਔਰ 32 ਜਥੇਬੰਦੀਆਂ ਨੂੰ ਲੀਡ ਕਰ ਰਹੀਆਂ। 2 ਜਥੇਬੰਦੀਆਂ ਕੋਲ ਨਹੀਂ ਇੱਕ ਦੂਜੇ ਨਾਲ ਸੁਰ ਰਲਦੀ ਹੁੰਦੀ, 32 ਜਥੇਬੰਦੀਆਂ ਲੀਡ ਕਰ ਰਹੀਆਂ। ਔਰ ਇਹਦੀ ਐਗਜ਼ਾਮਪਲ ਨਹੀਂ ਹੈ ਕਿਤੇ। ਸਿੱਧੂ ਸਾਹਿਬ, ਅਮਰੀਕਾ 'ਚ ਵੀ ਬਲੈਕ ਲਾਈਫ ਮੈਟਰਸ ਬਹੁਤ ਵੱਡੀ ਸਟਰਗਲ ਚੱਲੀ ਸੀ, ਬਹੁਤ ਲੁੱਟਮਾਰ ਹੋਈ ਆ, ਬਹੁਤ ਨੁਕਸਾਨ ਹੋਇਆ, ਵੱਡੇ ਵੱਡੇ ਸਟੋਰ ਸਾੜ ਦਿੱਤੇ ਜਾਂ ਭੰਨ ਦਿੱਤੇ। ਕਿਸੇ ਨੇ ਵੀ ਆਰਗੇਨਾਈਜ਼ਰ ਤੇ ਫੇਰ ਵੀ ਉਂਗਲ ਨਹੀਂ ਚੱਕੀ ਕਿਉਂਕਿ ਉਹਨਾਂ ਦੀ ਡਿਮਾਂਡ ਜਾਇਜ਼ ਸੀਗੀਆਂ।
ਪਰ ਇੱਥੇ ਤੱਕ ਕਿਸੇ ਨੇ ਇੱਕ ਵੀ ਨਹੀਂ ਮਾਰੀ ਕਿਸੇ ਦੇ। ਥੈਂਕ ਯੂ ਸਿੰਘੜਾ ਜੀ, ਤੁਹਾਡਾ ਵੀ ਪੁਆਇੰਟ ਆ ਗਿਆ। ਡਾਕਟਰ ਸੰਧੂ, ਜਿਸ ਤਰ੍ਹਾਂ ਕੰਗ ਸਾਹਿਬ ਨੇ ਇਸ ਮੁੱਦੇ ਤੇ ਲਿਆ ਕੇ ਚਰਚਾ ਖੜੀ ਕੀਤੀ, ਉਹਨਾਂ ਦਾ ਕਹਿਣਾ ਸੀਗਾ ਕਿ ਬਹੁਤ ਵੱਡਾ ਅੰਦੋਲਨ ਹੈਗਾ। ਇਹ ਕਲਾ ਕੰਗ ਸਾਹਿਬ ਦਾ ਸਵਾਲ ਨਹੀਂ, ਹੋਰ ਵੀ ਜਿਹੜੀਆਂ ਸ਼ੁਭ ਚਿੰਤਕ ਧਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਅੰਦੋਲਨ ਦਾ ਆਵਾਰ ਹੈ, ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦਾ ਸਖਤ ਰਵੱਈਆ ਹੈ, ਉਹਦੇ 'ਚ ਜਿਹੜੀ ਲੀਡਰਸ਼ਿਪ ਨੂੰ ਹੋਰ ਵੀ ਸਾਵਧਾਨੀਆਂ ਦੀ ਜ਼ਰੂਰਤ ਹੈ ਇਹੋ ਜਿਹੇ ਤੱਤਾਂ ਤੋਂ, ਕਿ ਕਮ ਸੇ ਕਮ ਜਿਹੜਾ ਹੈਗਾ ਅੰਦੋਲਨ ਨੂੰ ਕਿਸੇ ਗਲਤ ਪਟੜੀ ਤੇ ਨਾ ਪਾ ਸਕਣ। 3 ਗੱਲਾਂ ਕਹਿਣੀਆਂ ਜੀ ਮੈਂ। ਨੰਬਰ 1 ਜੀ, ਸਾਡੇ ਜਿਹੜੇ ਆਗੂ ਬੈਠੇ ਆ ਉੱਥੇ 32 ਜਾਂ 40 ਜਿੰਨੀਆਂ ਜਥੇਬੰਦੀਆਂ ਉਹਨਾਂ ਦੇ, ਉਹ ਇੰਨੇ ਚੇਤ ਨੇ ਔਰ ਇੰਨੇ ਸਿਆਣੇ ਆ ਕਿ ਮੈਂ ਇਸ ਗੱਲ ਤੋਂ ਬੜਾ ਝਿਜਕਦਾ ਹੈ ਵੀ ਉਹਨਾਂ ਨੂੰ ਆਪਾਂ ਜਾ ਕੇ ਸਲਾਹ ਦਈਏ। ਆਪਣੀ ਸਲਾਹ ਤੋਂ ਬਹੁਤ ਉੱਪਰ ਉੱਠ ਕੇ ਉਹਨਾਂ ਨੇ ਇਹਨੂੰ ਆਰਗੇਨਾਈਜ਼ ਕੀਤਾ ਔਰ ਕਮਾਲ ਕੀਤੀ ਹੈ। ਠੀਕ ਹੈ, ਬਿਲਕੁਲ ਠੀਕ। ਦੂਜੀ ਗੱਲ ਹਰ ਰੋਜ਼ ਰਾਤ ਨੂੰ ਰਾਜੇਵਾਲ ਹੋਰੀ ਗੇੜਾ ਕੱਢਦੇ ਆ, ਟਿਕਰੀ ਵਾਲੇ ਟਿਕਰੀ 'ਚ ਗੇੜਾ ਕੱਢਦੇ ਆ ਕਿ ਯੰਗਸਟਰ ਨੂੰ ਕਹਿੰਦੇ ਆ ਭਾਈ ਆਪਾਂ ਸ਼ਾਂਤ ਰਹਿਣਾ, ਆਪਣੀ ਐਜੀਟੇਸ਼ਨ ਹੀ ਤਾਂ ਕਾਮਯਾਬ ਹੈ ਜੇ ਆਪਾਂ ਸਰ ਮੈਂ ਵਿੱਚੋਂ ਟੋਕ ਰਿਹਾ ਰਾਜੇਵਾਲ ਜੀ ਫੇਸਬੁੱਕ ਤੇ ਲਾਈਵ ਹੁੰਦੇ ਆ, ਲਾਈਵ ਹੋ ਕੇ ਵੀ ਸੁਨੇਹਾ ਦਿੰਦੇ ਆ। ਜੀ ਸੋ ਇਹ ਸ਼ਰਾਰਤਾਂ ਜਿੰਨੀਆਂ ਮਰਜ਼ੀ ਕਰ ਲੈਣ, ਜਿੰਨਾ ਮਰਜ਼ੀ ਇਹਨਾਂ ਨੂੰ ਕੋਸ਼ਿਸ਼ ਕਰਨ, ਇਹ ਆਪਸ ਚ ਪਾਟਣ ਨਹੀਂ ਲੱਗੇ। ਦੂਜੀ ਗੱਲ, ਇਹ ਅੰਦੋਲਨ ਨੇ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਵਾਲੇ ਖੜੇ ਕਰਤੇ ਆ। ਕਿਹੜੇ ਮੁਲਕਾਂ ਦੇ MP ਸਾਡੇ ਹੱਕ ਦੇ ਵਿੱਚ ਨਹੀਂ ਬੋਲੇ। ਅੱਜ ਕਮਲਾ ਹੈਰਿਸ ਨੇ ਕਿਹਾ ਟਵੀਟ ਕਰਕੇ ਕਿ ਇਹਨਾਂ ਦੀਆਂ ਜੈਨੂਇਨ ਡਿਮਾਂਡਸ ਆ ਭਾਈ, ਉਹ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੈ ਅਮਰੀਕਾ ਦੀ। ਅੱਛਾ, ਦੂਜੀ ਗੱਲ, ਮੈਂ ਤੁਹਾਡੇ ਮਾਧਿਅਮ ਤੋਂ ਹੱਥ ਜੋੜ ਕੇ ਸ਼ੁਕਰਾਨਾ ਕਰਦਾ ਹਰਿਆਣੇ ਵਾਲਿਆਂ ਦਾ, ਯੂਪੀ ਵਾਲਿਆਂ ਦਾ, ਰਾਜਸਥਾਨ ਵਾਲਿਆਂ ਦਾ, ਮੱਧ ਪ੍ਰਦੇਸ਼ ਵਾਲਿਆਂ ਦਾ ਕਿ ਉਹਨਾਂ ਨੇ ਕਮਾਲ ਕੀਤੀ ਪਈ ਹੈ। ਪੰਜਾਬ ਵਾਲੇ ਰਾਸ਼ਨ ਲੈ ਕੇ ਤੁਰੇ ਸੀ ਵੀ ਮਹੀਨਾ 2 ਮਹੀਨੇ ਬਾਅਦ ਚ ਟਰਾਲੀਆਂ ਆਉਣਗੀਆਂ, ਉਹ ਕਹਿੰਦੇ ਲੋੜ ਨਹੀਂ, ਹਰਿਆਣਾ ਮਰਿਆ ਨਹੀਂਗਾ, ਯੂਪੀ ਮਰੀ ਨਹੀਂ। ਇੰਨਾ ਰਾਸ਼ਨ, ਇੰਨਾ ਖਾਣ ਪੀਣ ਦਾ ਸਮਾਨ ਖਾਲਸਾ ਏਡ ਵਾਲੇ 100 ਕਰੋੜ ਰੁਪਇਆ ਬਾਹਰੋਂ ਭੇਜਿਆ, ਉਹ ਉੱਥੇ ਬਿਸਤਰੇ ਲਾਈ ਬੈਠੇ ਉਹਨਾਂ ਵਾਸਤੇ। ਦੂਜੀ ਗੱਲ, ਆਪਾਂ ਗੱਲ ਕੀਤੀ ਸੀ ਵੀ ਗਵਰਨਮੈਂਟ ਤੇ ਪ੍ਰੈਸ਼ਰ ਕਿਵੇਂ ਆਇਆ। ਪ੍ਰੈਸ਼ਰ ਕਿਸਾਨ ਜਥੇਬੰਦੀਆਂ ਨੇ ਤਾਂ ਪਾਇਆ ਹੀ ਹੈ, ਲੋਕਾਂ ਦੀ ਸ਼ਮੂਲੀਅਤ ਨੇ ਪਾਇਆ, ਹਰ ਵਰਗ ਦਾ ਬੰਦਾ ਕਿਸਾਨਾਂ ਨਾਲ ਖੜਾ, ਇਹਦਾ ਪ੍ਰੈਸ਼ਰ ਬਣਿਆ। ਪਰ ਸਭ ਤੋਂ ਵੱਡਾ ਪ੍ਰੈਸ਼ਰ ਮੈਂ ਮਿਸੇਜ਼ ਲక్ష్ਮੀ ਕਾਂਤਾ ਚਾਵਲਾ ਦਾ ਸ਼ੁਕਰਗੁਜ਼ਾਰ ਹਾਂ, ਮੈਂ ਉਹਦਾ ਸ਼ੁਕਰਾਨਾ ਕਰਦਾ ਕਿ ਉਹ ਇੰਨੀ ਕੱਟੜ ਬੀਜੇਪੀ ਦੀ ਆਗੂ ਹੋਣ ਦੇ ਬਾਵਜੂਦ ਉਹਨੇ ਕਿਹਾ ਅਮਿਤ ਸ਼ਾਹ ਜੀ ਜਾ ਕੇ ਮਿਲੋ, ਇਹਨਾਂ ਨੂੰ ਕਿਉਂ ਬੁਲਾਉਣੇ ਆ, ਤੁਹਾਡਾ ਫਰਜ਼ ਬਣਦਾ, ਸਾਡੇ ਦੇਸ਼ ਦੇ ਕਿਸਾਨ ਆ, ਸਾਡਾ ਅੰਨਦਾਤਾ ਹੈ। ਮੋਦੀ ਜੀ ਇਨਕੀ ਬਾਤ ਸੁਣੀਏ। ਏਦਾਂ ਦੇ ਭਾਜਪਾ ਦੇ ਤੇ ਸੁਣੋ, ਭਾਜਪਾ ਦੇ ਹਿੰਦੂ ਰਿਲੀਜੀਅਸ ਲੀਡਰਸ ਜਿਹੜੇ ਹਿੰਦੂਤਵਾ ਦੇ ਸਪੋਰਟਰ ਹੈ, ਉਹ ਕਹਿ ਰਹੇ ਆ ਵੀ ਮੋਦੀ ਜੀ ਕਿਉਂ ਤੁਸੀਂ ਇਹਨਾਂ ਅੜੇ ਵੇ ਆ, ਇਹਨਾਂ ਹੰਕਾਰ ਚੰਗਾ ਨਹੀਂ। ਡਾਕਟਰ ਸੰਧੂ, ਅਹਿਮ ਸਵਾਲ ਹੈ ਇਸੇ ਮੁੱਦੇ ਤੇ ਮੈਂ ਕੰਗ ਸਾਹਿਬ ਤੋਂ ਜ਼ਰੂਰ ਸਵਾਲ ਲੈਣਾ ਚਾਹਾਂਗਾ। ਮੈਂ ਫੇਰ ਵੀ ਆਣਾ ਤੁਹਾਡੇ ਵੱਲ। ਕੰਗ ਸਾਹਿਬ, ਡਾਕਟਰ ਸੰਧੂ ਨੇ ਜਿਹੜੀ ਗੱਲ ਕਹੀ ਹੈ ਕਿ ਭਾਜਪਾ ਦੀ ਬੀਬੀ ਲక్ష్ਮੀ ਕਾਂਤਾ ਚਾਵਲਾ, ਅਕਸਰ ਇਹ ਮੰਨਿਆ ਜਾਂਦਾ ਹੈ ਕਿ ਉਹ ਬੜੇ ਜਿਹੜੇ ਸਟੈਂਡ ਤੇ ਖੜਦੇ ਆ, ਕੱਟੜ ਸੁਭਾਅ ਦੇ ਆ, ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦੇ। ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਵੀ ਕਿਸਾਨਾਂ ਦੀ ਗੱਲ ਸੁਣੋ। ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੁਹਾਡੇ ਬੱਚਿਆਂ ਵਾਂਗ ਆ ਕਿਸਾਨ, ਏਦਾਂ ਠੰਡ ਦੇ ਵਿੱਚ ਬੈਠੇ ਆ, ਉਹਨਾਂ ਦੀ ਗੱਲ ਸਹੀ ਆ, ਸੁਣੀ ਜਾਣੀ ਚਾਹੀਦੀ ਹੈ। ਕੰਗ ਸਾਹਿਬ, ਤੁਸੀਂ ਭਾਜਪਾ ਨੂੰ ਇਸੇ ਮੁੱਦੇ ਤੇ ਅਲਵਿਦਾ ਕਹਿ ਕੇ ਆਏ ਹੋ। ਤੁਸੀਂ ਅਕਸਰ ਕਹਿ ਦਿੰਦੇ ਹੋ ਕਿ ਵੀ ਬਾਰ-ਬਾਰ ਗੱਲ ਜਿਹੜੀ ਉਹ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਪਰ ਸਵਾਲ ਇਹ ਹੈ ਕਿ ਜਿਸ ਪ੍ਰਸਥਿਤੀਆਂ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਇਸ ਵੇਲੇ ਕੀ ਜਿਹੜੀ ਭਾਰਤੀ ਜਨਤਾ ਪਾਰਟੀ ਜਿੱਦਾਂ ਲక్ష్ਮੀ ਕਾਂਤਾ ਚਾਵਲਾ ਦੀ ਗੱਲ ਕਰਦੇ ਹਾਂ, ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਜਿਸ ਸੂਬੇਦਾਰ ਦੇ ਤੁਸੀਂ ਅੰਨ ਪਾਣੀ ਖਾ ਰਹੇ ਹੋ, ਜਿਸ ਸੱਭਿਆਚਾਰ ਜਿਹਨਾਂ ਲੋਕਾਂ ਦੇ ਨਾਲ ਬੈਠਣਾ ਹੈ, ਉਹਨਾਂ ਦੇ ਨਾਲ ਨਹੀਂ ਖੜੇ ਹੋਣਗੇ ਤਾਂ ਕੇਂਦਰ ਨੂੰ ਸਮਝਾਉਣ ਦੀ ਇਸ ਵੇਲੇ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਦੇ ਉੱਤੇ ਵੀ ਹੈ। ਜਾਂ ਨਾਲ ਖੜੇ ਜਾਂ ਤੁਹਾਡੀ ਤਰ੍ਹਾਂ ਕੋਈ ਫੈਸਲਾ ਲਓ। ਨਹੀਂ, ਇੱਕ ਗੱਲ ਤੇ ਉਹਨਾਂ ਨੇ ਚਾਵਲਾ ਮੈਡਮ ਉਹਨਾਂ ਨੇ ਕਹੀ ਸੀ ਵੀ ਪ੍ਰਧਾਨ ਮੰਤਰੀ ਹੋਣਾ ਨੂੰ ਨਸੀਹਤ ਦਿੱਤੀ ਉਹਨਾਂ ਨੇ, ਹੋਮ ਮਿਨਿਸਟਰ ਸਾਹਿਬ ਨੂੰ ਵੀ ਔਰ ਪ੍ਰਧਾਨ ਮੰਤਰੀ ਨੂੰ। ਲੇਕਿਨ ਉਸ ਤੋਂ ਵੀ ਜਿਹੜੀ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਆ, ਜਿਹੜਾ ਸਰਕਾਰੀ ਮੀਡੀਆ ਇਹਨੂੰ ਖਾਲਿਸਤਾਨ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਿਲਕੁਲ ਇਹ ਮੈਂ ਗੱਲ ਕਹੀ ਕਿ ਖਾਲਿਸਤਾਨੀ ਕੋਈ ਮੂਵਮੈਂਟ ਨਹੀਂ ਹੈ, ਇਹ ਪਿਓਰਲੀ ਕਿਸਾਨਾਂ ਦੀ ਮੂਵਮੈਂਟ ਹੈ।
ਇਹ ਆਪਣੇ ਆਪ 'ਚ ਬੜੀ ਇੰਪੋਰਟੈਂਟ ਸਟੇਟਮੈਂਟ ਹੈ। ਦੂਸਰੀ ਗੱਲ, ਨਾਟ ਓਨਲੀ ਲక్ష్ਮੀਕਾਂਤ ਚਾਵਲਾ, ਜਿਹੜੇ ਅੰਨਾ ਹਜ਼ਾਰੇ ਨੂੰ ਕਈ ਦਿਨਾਂ ਦੇ ਲੋਕ ਲੱਭ ਰਹੇ ਸੀ, ਜਿਨੇ ਯੂਪੀਏ ਦੇ ਟਾਈਮ ਬੜਾ ਲੰਬਾ ਐਜੂਕੇਸ਼ਨ ਕੀਤਾ ਸੀ, ਉਹਨੂੰ ਵੀ ਮਜਬੂਰ ਹੋਣਾ ਪਿਆ। ਮੈਂ ਨਹੀਂ ਕਹੂੰਗਾ ਵੀ ਉਹਨੇ, ਚਲੋ ਬਜ਼ੁਰਗ ਆਦਮੀ ਹੈ, ਲੇਕਿਨ ਉਹਨੇ ਕੱਲ ਆਪਣੀ ਵੀਡੀਓ ਜਾਰੀ ਕਰਕੇ ਕਿਸਾਨਾਂ ਦੀ ਹਿਮਾਇਤ ਵੀ ਕੀਤੀ ਹੈ ਔਰ ਕਿਹਾ ਵੀ ਮੈਂ ਇਹ ਤਾਂ ਹਿੱਸਾ ਵੀ ਬਣੂੰਗਾ। ਇਸ ਕਰਕੇ ਬੜੇ ਬੜੇ ਸਾਰੇ ਪਾਸਿਓਂ ਵਰਲਡ ਵਾਈਡ ਦਾ ਜ਼ਿਕਰ ਸੰਧੂ ਸਾਹਿਬ ਨੇ ਕਰਤਾ ਹੈ। ਗੱਲ ਸਿਰਫ ਇੰਨੀ ਰਹਿ ਗਈ ਆ ਹੁਣ, ਸਿਰਫ ਤੇ ਸਿਰਫ ਅਹੰਕਾਰ ਜਿਹੜਾ ਆਇਆ ਪ੍ਰਧਾਨ ਮੰਤਰੀ ਸਾਹਿਬ ਦਾ, ਉਹ ਵਿੱਚ ਜਿਹੜਾ ਹੈਗਾ ਅੜਿੱਕਾ ਬਣਿਆ ਹੋਇਆ। ਬਾਕੀ ਸਾਰੇ ਪਾਸਿਓਂ ਜਿਹੜੀ ਹੈਗੀ ਆ ਸਰਕਾਰ ਘਿਰ ਗਈ ਆ, ਘਿਰਦੀ ਨਜ਼ਰ ਆ ਰਹੀ ਹੈ। ਲੌਜਿਕ ਨਾਲ ਵੀ ਘਿਰਦੀ ਨਜ਼ਰ ਆ ਰਹੀ ਆ, ਲੋਕਸ਼ਾਹੀ ਨਾਲ ਵੀ ਘਿਰਦੀ ਨਜ਼ਰ ਆ ਰਹੀ ਹੈ, ਪਾਰਟੀ ਦੇ ਵਿੱਚੋਂ ਵੀ ਘਿਰਦੀ ਨਜ਼ਰ ਆ ਰਹੀ ਹੈ, ਪਾਰਟੀਆਂ ਦੇ ਅਲਾਈਅੰਸ ਸਾਥੀਆਂ ਤੋਂ ਵੀ ਘਿਰਦੀ ਨਜ਼ਰ ਆ ਰਹੀ ਆ। ਹੁਣ ਗੱਲ ਇਹ ਆ ਵੀ ਸਰਕਾਰ ਫੇਸ ਸੇਵਿੰਗ ਦਾ ਰਸਤਾ ਲੱਭ ਰਹੀ ਆ, ਲੇਕਿਨ ਮੈਨੂੰ ਇਹ ਲੱਗਦਾ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਸਰਕਾਰਾਂ ਹਮੇਸ਼ਾ ਲੋਕਾਂ ਦੇ ਪ੍ਰਤੀ ਜਵਾਬਦੇਹ ਹੁੰਦੀਆਂ। ਇਹਦੇ ਚ ਉਹਨਾਂ ਨੂੰ ਇੱਜ਼ਤ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ, ਹੰਕਾਰ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਸਰਕਾਰ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ ਖੁੱਲੇ ਦਿਲ ਨਾਲ ਆ ਕੇ ਵੀ ਮੈਂ ਕਿਸਾਨ ਲੀਡਰਾਂ ਦੀ ਗੱਲ ਨਾਲ ਸਹਿਮਤ ਹੈ, ਅਗਰ ਤੁਹਾਨੂੰ ਇਹ ਬਿੱਲ ਨਹੀਂ ਮਨਜ਼ੂਰ ਤੇ ਅਸੀਂ ਇਹਨੂੰ ਵਾਪਸ ਲੈਨੇ ਆ, ਇਹਦਾ ਐਲਾਨ ਕਰਨਾ ਚਾਹੀਦਾ। ਉਹਦੇ ਨਾਲ ਉਹਨਾਂ ਦਾ ਕੱਦ ਵੀ ਵਧੂਗਾ ਔਰ ਲੋਕਸ਼ਾਹੀ ਦੀ ਜਿਹੜੀ ਅਹਿਮੀਅਤ ਹੈ ਉਹਦੇ ਚ ਵੀ ਬਹੁਤ ਵੱਡਾ ਵਾਧਾ ਹੋਊਗਾ। ਕੰਗ ਜੀ, ਇੱਕ ਸਵਾਲ, ਜਦੋਂ ਤੁਸੀਂ ਲక్ష్ਮੀਕਾਂਤ ਚਾਵਲਾ ਦੀ ਗੱਲ ਕਰ ਰਹੇ ਸੀ, ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਇਸ ਅੰਦੋਲਨ ਤੇ ਖਾਲਿਸਤਾਨ ਦੀ ਛਾਪ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਛਾਪ ਵੀ ਕੋਈ ਸਧਾਰਨ ਜਾਂ ਛੋਟਾ ਮੋਟਾ ਕਿਸੇ ਪਾਰਟੀ ਦਾ ਵਰਕਰ ਲਾਵੇ ਤਾਂ ਵੱਖਰੀ ਗੱਲ ਹੈ, ਜਦੋਂ ਹਰਿਆਣਾ ਦੇ ਮੁੱਖ ਮੰਤਰੀ ਇਹ ਗੱਲ ਕਹਿਣ ਜਾਂ ਉਸ ਕੱਦ ਦੇ ਹੋਰ ਲੋਕ ਕਹਿਣ, ਤਾਂ ਇੱਕ ਪੋਲੀਟੀਕਲ ਪਾਰਟੀਆਂ ਦੀ ਕ੍ਰੈਡੀਬਿਲਿਟੀ ਤੇ ਬਹੁਤ ਵੱਡਾ ਸਵਾਲ ਕੰਗ ਸਾਹਿਬ ਇਸ ਵੇਲੇ ਉੱਠ ਰਿਹਾ ਹੈ। ਤੁਸੀਂ ਦਿੱਲੀ ਵੀ ਜਾ ਕੇ ਆਏ ਰਹੇ ਹੋ, ਚੰਡੀਗੜ੍ਹ ਦੇ ਵਿੱਚ ਮੈਂ ਆਪ ਵੀ ਦੇਖਿਆ ਕਿ ਲੋਕ ਪੋਲੀਟੀਕਲ ਪਾਰਟੀਆਂ ਦੇ ਆਗੂਆਂ ਦਾ ਨਾਂ ਸੁਣਨ ਨੂੰ ਤਿਆਰ ਨਹੀਂ। ਇਹ ਸ਼ਾਇਦ ਜਿਹੜੀ ਭਰੋਸੇਯੋਗਤਾ ਗਵਾਈ ਹੈ ਉਹਦੇ ਲਈ ਆਪ ਹੀ ਜ਼ਿੰਮੇਵਾਰ ਪੋਲੀਟੀਕਲ ਪਾਰਟੀਆਂ, ਜਦੋਂ ਕਿਸੇ ਵੀ ਹੱਦ ਤੱਕ ਉਹ ਨਿਵਾਣ ਦੇ ਵਿੱਚ, ਨਗਾਰ ਦੇ ਵਿੱਚ ਚਲੀਆਂ ਜਾਂਦੀਆਂ ਆਪਣੀ ਸੱਤਾ ਹਾਸਲ ਕਰਨ ਦੇ ਲਈ। ਸਿੱਧੂ ਸਾਹਿਬ ਮੇਰੇ ਤੋਂ 30 ਸਕਿੰਟ ਦੇ ਦਿਆ ਜੀ ਮੈਨੂੰ। ਕੰਗ ਸਾਹਿਬ ਕੋ ਬੋਲੋ, ਤੁਸੀਂ, ਤੁਹਾਡੇ ਵਾਸਤੇ ਸਵਾਲ ਹੈ। ਜਿੱਥੋਂ ਤੱਕ ਗੱਲ ਹੈ ਖੱਟਰ ਸਾਹਿਬ ਦੀ, ਆ ਗਈ ਆਵਾਜ਼? ਹਾਂਜੀ, ਆਉਂਦੀ ਆ ਰਹੀ ਜੀ, ਆ ਰਹੀ ਹੈ। ਜਿੱਥੋਂ ਤੱਕ ਖੱਟਰ ਸਾਹਿਬ ਦੀ ਗੱਲ ਹੈ, ਦੇਖੋ ਖੱਟਰ ਸਾਹਿਬ ਨੇ ਬੜੇ ਹੀ ਬੇਤੁਕੇ ਜਿਹੇ ਬਿਆਨ ਕਈ ਸਾਲਾਂ ਤੋਂ ਦੇ ਰਹੇ ਆ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਜੰਮੂ ਕਸ਼ਮੀਰ ਦੇ ਬਾਰੇ ਵੀ ਉਹਨਾਂ ਨੇ ਕਿਹਾ ਸਾਡੇ ਮੁੰਡੇ ਉੱਥੇ ਵਿਆਹ ਕਰਾਉਣ ਜਾਣਗੇ। ਬੜਾ ਹੀ ਬੇਤੁਕਾ ਮੁੱਖ ਮੰਤਰੀ ਦਾ ਬਿਆਨ ਸੀ। ਉਹਨਾਂ ਨੇ ਖਾਲਿਸਤਾਨ ਵਾਲੀ ਗੱਲ ਕੀਤੀ, ਉਹਨਾਂ ਨੇ ਬੜਾ ਝੂਠਾ ਪ੍ਰੋਪੇਗੈਂਡਾ ਕੀਤਾ ਵੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਹੈ ਵਾਰ-ਵਾਰ ਕੋਸ਼ਿਸ਼ ਕੀਤੀ ਹੈ ਕੰਟੈਕਟ ਕਰਨ ਦੀ। ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਵੀ ਕਿਸੇ ਦੂਜੇ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਪ੍ਰੋਟੋਕਾਲ ਕੀ ਹੈ, ਤੂੰ ਫੋਨ ਕਰਨਾ, ਤੇਰੇ ਚੀਫ ਸੈਕਟਰੀ ਨੇ ਫੋਨ ਕਰਨਾ ਹੈ। ਇਸ ਹੱਦ ਤੱਕ ਲਾਪਰਵਾਹੀ, ਅਨਐਕਸਪੀਰੀਅੰਸਡ ਇਹ ਲੋਕ ਹੈ ਖੱਟਰ ਸਾਹਿਬ ਵਰਗੇ, ਜਿਹੜਿਆਂ ਨੂੰ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੇ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਹੋਈ ਆ। ਇਹ ਬੜੀ ਅਨਫੋਰਚੂਨੇਟ, ਦੁਖਦਾਈ ਗੱਲ ਹੈ। ਇਹ ਡੈਮੋਕ੍ਰੇਸੀ ਲਈ ਬੜੀ ਮਾੜੀ ਗੱਲ ਹੈ। ਦੂਜੀ ਜਿਹੜੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚਾਹੇ ਉਹ ਅਨਿਲ ਵਿਜ ਹੋਣ, ਜਿਸ ਤਰੀਕੇ ਨਾਲ ਕਿਸਾਨਾਂ ਦਾ ਰਾਹ ਰੋਕਿਆ, ਪਹਿਲੇ ਦਿਨ ਤੋਂ ਹੀ ਇਹਨਾਂ ਦੀ ਇਹ ਕੋਸ਼ਿਸ਼ ਰਹੀ ਆ। ਲੇਕਿਨ ਸਿੱਧੂ ਸਾਹਿਬ, ਲੋਕਾਂ ਦਾ ਜਿਹੜਾ ਆਕਰੋਸ਼ ਹੈ, ਗੁੱਸਾ ਨਹੀਂ ਮੈਂ ਕਹੂੰਗਾ, ਹੁਣ ਤੇ ਆਕਰੋਸ਼ ਹੋ ਗਿਆ ਸਿਸਟਮ ਤੋਂ, ਜਿਸ ਦਾ ਵਿਸ਼ਵਾਸ ਉੱਠ ਗਿਆ, ਜਿਸ ਤਰੀਕੇ ਨਾਲ ਜੁਡੀਸ਼ਰੀ ਤੇ ਲੋਕ ਓਪਨਲੀ ਸਵਾਲ ਖੜਾ ਕਰਨ ਲੱਗ ਗਏ ਆ। ਰਾਜਨੀਤਿਕ ਕਲਾਸ ਦੀ ਕ੍ਰੈਡੀਬਿਲਿਟੀ ਤੇ ਪਹਿਲਾਂ ਹੀ ਬਹੁਤ ਕਮੀ ਆਈ ਸੀ, ਲੇਕਿਨ ਜੁਡੀਸ਼ਰੀ ਤੇ ਵੀ ਜਿਸ ਤਰੀਕੇ ਦਾ ਵਿਸ਼ਵਾਸ ਅਵਿਸ਼ਵਾਸ ਚ ਬਦਲ ਗਿਆ। ਚੀਫ ਜਸਟਿਸ ਰਿਟਾਇਰ ਹੋਣ ਤੋਂ ਬਾਅਦ ਅਗਰ ਰਾਜ ਸਭਾ ਵਰਗੀਆਂ ਸੀਟਾਂ ਲੈਣਗੇ, ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ, ਇਸ ਤੋਂ ਮਾੜਾ ਟ੍ਰੈਂਡ ਕੀ ਹੋ ਸਕਦਾ ਹੈ, ਇਸ ਤੋਂ ਮਾੜਾ ਐਗਜ਼ਾਮਪਲ ਜੀ। ਲੋਕਾਂ ਦਾ ਜਿਹੜਾ ਆਕਰੋਸ਼ ਹੈ ਉਹ ਸਾਰੇ ਸਿਸਟਮ ਦੇ ਪ੍ਰਤੀ ਬੁਰੀ ਤਰ੍ਹਾਂ ਜੀ। ਕੰਗ ਸਾਹਿਬ, ਥੈਂਕ ਯੂ। ਇਸ ਕਰਕੇ ਕੱਲ 7-8 ਹਜ਼ਾਰ ਨੌਜਵਾਨਾਂ ਨੇ ਚੰਡੀਗੜ੍ਹ ਬੀਜੇਪੀ ਦੇ ਦਫ਼ਤਰ ਤੇ ਜਿਹੜਾ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਚ ਉਹਨਾਂ ਦੀ ਕਿਸੇ ਪੋਲੀਟੀਕਲ ਕਲਾਸ ਦਾ ਲੀਡਰ ਨਹੀਂ ਸੀ, ਕੋਈ ਉਹਨਾਂ ਦਾ ਆਗੂ ਨਹੀਂ ਸੀ। ਆਮ ਸਧਾਰਨ ਲੋਕਾਂ 'ਚ ਜਿਹੜੇ ਗੁੱਸਾ ਹੈ ਉਹ ਇਸ ਹੱਦ ਤੱਕ ਸਿਸਟਮ ਦੇ ਪ੍ਰਤੀ ਵਧਦਾ ਜਾ ਰਿਹਾ। ਇਹ ਬਹੁਤ ਮਾੜੇ ਸੰਕੇਤ ਹੈ ਮੋਦੀ ਸਾਹਿਬ ਵਾਸਤੇ। ਓਕੇ, ਥੈਂਕ ਯੂ ਵੈਰੀ ਮਚ। ਸੰਧੂ ਸਾਹਿਬ, ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਹੋ? ਡਾਕਟਰ ਸੰਧੂ, ਮੈਂ ਥੋੜਾ ਜਿਹਾ ਟਾਈਮ ਹੀ ਲੈਣਾ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇਹ ਬੀਜੇਪੀ ਜਿਹੜੀ ਪਾਰਟੀ ਹੈ ਨਾ, ਇਹਦੇ ਤੋਂ ਜਿਹੜੇ ਲੀਡਰ ਚੱਜਦੇ ਸੀਗੇ, ਜਿਨ੍ਹਾਂ ਨੂੰ ਅਕਲ ਸੀ ਜਾਂ ਕਰਦੇ ਸੀ, ਅਡਵਾਨੀ ਸਾਹਿਬ ਵਰਗੇ ਸੀਨੀਅਰ ਲੀਡਰ, ਉਹ ਤਾਂ ਕੱਢ ਕੇ ਕਰਤੇ ਪਾਸੇ। ਇਹ ਹੁਣ ਯੈਸਮੈਨਾਂ ਦੀ ਪਾਰਟੀ ਰਹੇਗੀ। ਇਹਨਾਂ ਨੂੰ ਕੰਟਰੋਲ ਕਰ ਰਹੇ ਆ ਦੋ ਜਾਣੇ,
ਤੇ ਬਾਕੀ ਸਾਰੇ ਜਿਹੜੇ ਆ ਕਿਸੇ 'ਚ ਇੰਨਾ ਦਮ ਹੀ ਹੈ ਨਹੀਂਗਾ। ਤੁਸੀਂ ਇਹ ਸਾਡੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਾਡੇ ਇੱਕ ਸਿੱਖ ਲੀਡਰ ਪੰਜਾਬ ਦੇ, ਉਹ ਨਾ ਉਹਨਾਂ ਨੂੰ ਕੋਈ ਸਮਝ ਨਾ ਪਤਾ, ਨਹੀਂ ਜੀ ਨਹੀਂ ਜੀ ਨਹੀਂ ਜੀ, ਹਰ ਗੱਲ ਦੇ ਉੱਤੇ ਕਨਫਰੰਟੇਸ਼ਨ, ਹਰ ਗੱਲ ਦੇ ਉੱਤੇ ਮੈਂ ਜਾਊਂਗਾ ਪਿੰਡਾਂ 'ਚ, ਮੈਨੂੰ ਦੇਖਦਾ ਕਿਵੇਂ ਰੋਕਦੇ ਆ। ਮੇਰੀ ਗੱਲ ਸੁਣੋ, ਇਹ ਭਾਜਪਾ ਖੱਟੜ ਔਰ ਇਹ ਸਾਰੇ ਜਿਹੜੇ ਆ ਦੇ ਡੋਂਟ ਹੈਵ ਐਨੀ ਸਟੈਂਡਿੰਗ। ਇਹ ਤਾਂ ਸਿਰਫ ਢੋਲੀ ਚੱਕ ਨੇ, ਜੋ ਮੋਦੀ ਜੀ ਕਹਿ ਦੇਣਗੇ। ਕਈਆਂ ਨੇ ਬਿਆਨ ਦਿੱਤੇ, ਮੈਂ ਹੈਰਾਨ ਹੈ, ਮੈਂਬਰ ਪਾਰਲੀਮੈਂਟ ਕਹਿ ਰਿਹਾ कि मोदी जी ने अगर कहा तो ठीक ही होगा, मोदी जी ने अगर कहा तो दिमाग कितने है भाई? व्हाट अबाउट यू? तेरी इंटेलिजेंस कितने है? तू भी रोटियां खाना है। दूसरी गल, सब तो वड्डी प्राप्ति मैनू 15 सेकंड दे दो, सब तो वड्डी प्राप्ति इस अंदोलन दी है भाईचारक सांझ ते। और जिवें मैं पहला कहा सीगा कि ऐतकी पहली बारी आम आदमी किसान नूं समझ आई है कि मेरे नाल हो की रहा पिछले 50 60 70 सालों च। ਤੇ ਉਹਨਾਂ ਨੇ ਸਿਆਸੀ ਬੰਦਿਆਂ ਨੂੰ ਕਹਿਤਾ, ਮਿੱਤਰੋ ਆਓ ਪਿਛਲੀ ਲਾਈਨ 'ਚ ਬਹਿ ਜਾਓ ਜਾ ਕੇ ਤੇ ਉੱਥੇ ਨਾਰੇ ਲਾਓ ਸਾਡੇ ਨਾਲ, ਸਟੇਜ ਤੇ ਅਸੀਂ ਦੇਣਾ, ਤੁਹਾਨੂੰ ਰੋਟੀਆਂ ਨਹੀਂ ਸੇਕਣ ਦੇਣੀਆਂ। ਏਦੂ ਵੱਡੀ ਪ੍ਰਾਪਤੀ ਕੋਈ ਨਹੀਂ ਹੋ ਸਕਦੀ। ਥੈਂਕ ਯੂ ਡਾਕਟਰ ਸੰਧੂ, ਬਿਲਕੁਲ ਤੁਹਾਡੀ ਗੱਲ ਆ ਗਈ। ਜਗਤਾਰ ਸੰਘੇੜਾ ਜੀ, ਜਿੱਥੇ ਡਾਕਟਰ ਸੰਧੂ ਨੇ ਸਵਾਲ ਛੱਡਿਆ ਭਾਈਚਾਰਕ ਸਾਂਝ ਦੀ ਗੱਲ, ਮੈਂ ਉਸ ਤੋਂ ਥੋੜਾ ਅੱਗੇ ਜਾ ਕੇ ਸੰਘਰਸ਼ ਦੇ ਨਾਲ ਹੀ ਗੱਲ ਜੋੜ ਰਿਹਾ। जिस तरह अज प्रस्ताव रद्द किया किसान जथेबंदियां ने फैसला जरूर लिया, पर पिछे जो लखां किसान बैठा है, अक्सर उहदे बारे हुण कहा जान लग्या कि संगती फैसले ने कि जिहड़े प्रस्ताव आ रहे हैं, जिहड़े कानून बनिया है रद्द किए जाणगे, इहदे बारे फैसला संगत ने लिया। ये जिहड़ा भाईचारक सांझ की गल डॉक्टर संधू कर रहे हैं, वो सांझ का नतीजा है कि संगती फैसले नूं ही लागू कर रही हैं किसान जथेबंदियां। संघेड़ा जी, बिल्कुल ठीक है गल थोड़ी सिद्धू साहब। ये जिहड़ी सारी संगत है उन्हां दा ही फैसला है, इकल्ले किसान नहीं है, किसानां दे नाल हर वर्ग जिहड़ा हमायत दे रहा, हर वर्ग हर सूबे तो। इसे ही करके जिहड़े पीएमओ हाउस विच, मैं तो ये कहूँगा शुरू तो ही पीएमओ हाउस विच, पीएमओ ऑफिस विच फैसले हुंदे सीगे किस तरह इहनूं अंदोलन नूं बदनाम करना ते किस तरह इहनूं जिहड़ा तोड़ना है फुट पा के जां किस तरह, वो सारे कल्ला कल्ला होके फेल हुंदे गए आ। ते इसे करके सारे सीनियर आगू, मैं तो कहना कल्ला खट्टर साहब ही नहीं, भारतीय जनता पार्टी के राष्ट्रीय प्रधान तो लैके प्रधानमंत्री तक मन की बात च झूठ बोले जा रहा। मैं तो इन्ने सीनियर बंदे कदे इन्ना झूठ बोलते देखे ही नहीं है। पहला विचोलीए वाली गल कही, फिर इन्हां दे सारे लीडर मुकर गए, जबकि उहदे विच क्लियर कट के हसगा कि आरटीआ भी नहीं बदल सकदा। फिर दूसरी अतवादियां वालियां, ये सारियां गल्लां जिन्नियां भी अफवाह फैलाईयां गईयां, ये सारियां किसानां ने शीशा दिखाता इन्हां नूं। मैं एक पार्टी आगू नूं कहना चाहुंदा, एक रात किसानां नाल जाके रहो, तुहानूं पता लगे ट्रालियां दे विच सोना, ट्रालियां दे थल्ले सोना, खुले आसमान दे विच ਜਿਹੜੇ ਧਰਨੇ ਆ, ਇੰਨੇ ਹਜ਼ਾਰਾਂ ਲੋਕਾਂ ਦੇ ਲੱਖਾਂ ਲੋਕਾਂ ਦੇ ਸੈਨੀਟੇਸ਼ਨ ਦੀ ਪ੍ਰੋਬਲਮ ਹੈ, ਹੈਲਥ ਦੀ ਕੋਈ ਵੱਡੀ ਪ੍ਰੋਬਲਮ ਆ ਸਕਦੀ ਹੈ। ਕਿਹੜੇ ਕਿਸਾਨ ਉੱਤੇ ਬੈਠੇ ਆ। ਜਗਤਾਰ ਜੀ, ਇੱਕ ਸਵਾਲ ਲੈਣਾ ਚਾਹੁੰਦਾ ਮੈਂ ਤੁਹਾਡੇ ਤੋਂ। ਜਿਸ ਤਰ੍ਹਾਂ ਭਾਜਪਾ ਦੇ ਰਵੱਈਏ ਦੀ ਤੁਸੀਂ ਗੱਲ ਕਰ ਰਹੇ ਆ, ਸਾਡੇ ਦੂਜੇ ਮਹਿਮਾਨਾਂ ਨੇ ਵੀ ਆਪਣੇ ਕਮੈਂਟਸ ਕੀਤੇ ਹੈ। ਇਸ ਅੰਦੋਲਨ ਦੀ ਇੱਕ ਹੋਰ ਜਿਹੜੀ ਵੱਡੀ ਗੱਲ ਹੈ, ਪੋਲੀਟੀਕਲ ਲੀਡਰਸ਼ਿਪ ਹੈ, ਜਿਹੜਾ ਉਹਦਾ ਆਧਾਰ ਹੈ, ਉਸ ਨੂੰ ਬਹੁਤ ਵੱਡਾ ਖੋਰਾ ਲੱਗਿਆ ਹੈ। ਪੋਲੀਟੀਕਲ ਲੋਕਾਂ ਦੇ ਨਾਂ ਸੁਣਨ ਲਈ ਤਿਆਰ ਨਹੀਂ ਹੈ। ਭਾਜਪਾ ਨੇ ਜਿਸ ਤਰ੍ਹਾਂ ਦਾ ਅੰਦੋਲਨ ਬਾਰੇ ਝੂਠ ਬੋਲਿਆ, ਜਾਂ ਦੂਜੀਆਂ ਰਾਜਸੀ ਧਿਰਾਂ ਨੇ ਦਹਾਕਿਆਂ ਤੋਂ ਕਿਸਾਨਾਂ ਦੇ ਨਾਲ ਠੱਗੀਆਂ ਮਾਰੀਆਂ, ਸ਼ਾਇਦ ਬਹੁਤ ਵੱਡੀ ਇੱਕ ਬੇਭਰੋਸਗੀ ਪੈਦਾ ਹੋ ਗਈ ਹੈ ਰਾਜਸੀ ਸਿਸਟਮ 'ਚ, ਇਸ ਅੰਦੋਲਨ 'ਚੋਂ ਜਿਹੜੀ ਨਜ਼ਰ ਆ ਰਹੀ ਹੈ। ਜਗਤਾਰ ਜੀ, ਇਹ ਗੱਲ ਠੀਕ ਹੈ ਸਿੱਧੂ ਸਾਹਿਬ। ਅਲਟੀਮੇਟਲੀ ਇਹ ਜਿਹੜਾ ਅੰਦੋਲਨ ਹੈ, ਇਹ ਸਬਰ ਦਾ ਪਿਆਲਾ ਜਿਹੜਾ ਆ ਉਛਲਣ ਦਾ ਕਾਰਨ ਬਣ ਰਿਹਾ ਆ। ਅਦਰਵਾਈਜ਼ ਇਹ ਤਾਂ ਸਹੀ ਹੈ ਗੱਲ, ਓਵਰ ਏ ਪੀਰੀਅਡ ਆਫ ਟਾਈਮ ਸਿਆਸਤ ਦੇ ਵਿੱਚ ਗੰਦ ਵਧਿਆ ਆ, ਕ੍ਰਿਮੀਨਲ ਲੋਕਾਂ ਦੀ ਸ਼ਮੂਲੀਅਤ ਵਧੀ ਆ, ਲੋਕਾਂ ਦੀ ਭਲਾਈ, ਆਮ ਪਬਲਿਕ ਦੀ ਭਲਾਈ ਜਿਹੜੀ ਆ, ਆਮ ਆਦਮੀ ਦੀ ਗੱਲ ਕਰਨੋਂ ਹਟੇ ਆ ਸਿਆਸਤਦਾਨ, ਆਪਣਾ ਘਰ ਭਰਨ ਦੀ ਜਿਹੜੀ ਆ ਹੋੜ ਵਧੀ ਹੈ। ਤੁਸੀਂ ਕਿਸੇ ਵੀ ਪਾਰਟੀ 'ਚ ਦੇਖ ਲਓ, ਇੱਕ ਵਾਰੀ ਮੰਤਰੀ ਬਣ ਜਾਣ ਤੇ ਬਾਕੀ ਜਾਇਦਾਦ ਨਹੀਂ ਸਾਂਭੀ ਜਾਂਦੀ। ਮੈਂ ਤੁਹਾਨੂੰ ਹੁਣ ਚਲੋ ਇਹ ਮੁੱਦੇ ਤੋਂ ਥੋੜੀ ਜਿਹੀ ਪਾਸੇ ਗੱਲ ਚੱਲ ਜਾਂਦੀ ਹੈ। ਮੌਜੂਦਾ ਸਰਕਾਰ ਜਦੋਂ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ,
ਇੱਕ ਵੀ ਅਫਸਰ ਜਾਂ ਮਤਲਬ ਇੱਕ ਵੀ ਸਿਆਸੀ ਬੰਦਾ ਪਿਛਲੀ ਸਰਕਾਰ 'ਚ ਜਿਹਨੇ ਆਪਣੇ ਸਾਧਨਾਂ ਨਾਲੋਂ ਵੱਧ ਧਨ ਨਹੀਂ ਇਕੱਤਰ ਕੀਤਾ। ਮੈਂ 10 ਬੰਦਿਆਂ ਦੇ ਨਾਂ ਲੈ ਦਿੰਦਾ। ਆਪਣੀ ਵਿਜੀਲੈਂਸ ਬਿਊਰੋ ਤੋਂ ਹੀ ਟਰਾਂਸਪੇਰੈਂਟ ਤਰੀਕੇ ਨਾਲ ਇਨਕੁਆਇਰੀ ਕਰਵਾ ਲੈਣ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਦੇ ਵੇਲੇ ਦੇ ਮੈਂ ਮੰਤਰੀਆਂ ਦੀ ਗੱਲ ਕਰਦਾ, ਸਾਰਿਆਂ ਕੋਲ ਸਾਬਤ ਹੀ ਨਹੀਂ ਹੋਣਾ ਧਨ ਦੇ ਸਾਧਨ ਜਿਹੜੇ ਆ, ਪਰ ਕੋਈ ਕਰਨ ਨੂੰ ਤਿਆਰ ਹੀ ਨਹੀਂ। ਉਹ ਕਾਰਵਾਈ ਤਾਂ ਬੰਦ ਕਰਤੀ ਹੈ। ਪੋਲੀਟੀਕਲ ਗੱਲ ਤੇ ਓਕੇ ਸਿਆਸਤ ਦੇ ਵਿੱਚ ਸੁਧਾਰ ਬਹੁਤ ਜ਼ਿਆਦਾ ਆ ਚੁੱਕਾ ਹੈ। ਸੋ ਇਹ ਸੰਧੂ ਸਾਹਿਬ ਮੈਂ ਤੁਹਾਡੀ ਵਿੱਚ ਨਹੀਂ ਬੋਲਿਆ, ਇੱਧਰ ਨੂੰ ਗੱਲ ਕੀਤੀ। ਓਕੇ ਸਰ, ਆਪਣੀ ਗੱਲ ਕਿਹੜਾ ਦੇ ਕੇ ਸਿਆਸੀ ਮੁੱਦਾ ਫਾਰਮਲ ਦਾ ਜੀ ਤੂੰ ਕਾਂਗਰਸ ਦੇ ਮਗਰ ਪੈ ਜਾ ਕਰ। ਉਹਦਾ ਜਵਾਬ ਸਿੱਧੂ ਸਾਹਿਬ ਕਰ ਰਹੇ ਡਿਬੇਟ ਨੂੰ। ਸੰਧੂ ਸਾਹਿਬ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ, ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ। ਓਕੇ ਸੰਧੂ ਸਾਹਿਬ, ਤੁਸੀਂ ਨੇ ਮੈਨੂੰ ਸਵਾਲ ਪੁੱਛਿਆ, ਤੁਸੀਂ ਆਪਣੇ ਆਪ ਤੇ ਸੰਧੂ ਸਾਹਿਬ ਕੰਟਰੋਲ ਕਰੋ। ਸੰਧੂ ਸਾਹਿਬ ਕੰਟਰੋਲ। ਆਪਾਂ ਮੁੱਦੇ ਤੇ ਗੱਲ ਕਰੀਏ, ਆਪਾਂ ਮੁੱਦੇ ਤੇ ਗੱਲ ਕਰੀਏ ਡਾਕਟਰ ਸੰਧੂ। ਤੁਹਾਨੂੰ ਨਹੀਂ ਕਿਸੇ ਨੇ ਕਿਹਾ ਗੱਲ ਕਰਨ ਨੂੰ ਕੋਈ ਹੁੰਦੀ ਨਹੀਂ। ਫਰਸਟ੍ਰੇਸ਼ਨ ਹੋਰ ਕਿਤੇ ਕੱਢੋ, ਜਾ ਕੇ ਡਿਬੇਟ ਨਾ ਖਰਾਬ ਕਰੋ। ਵਰਿੰਦਰ ਸਿੰਘ ਨੇ ਕਰਤਾ, ਮੈਂ ਤੂੰ ਫਾਰਮਰ ਜੀ ਜੀ ਓਕੇ ਓਕੇ ਡਾਕਟਰ ਸੰਧੂ ਗੱਲ ਕਹਿਣਗੇ। ਕਿਤੇ ਹੋਰ ਕੱਢੋ ਜਾ ਕੇ, ਬਿਲਕੁਲ ਨਹੀਂ ਕੀਤਾ। ਮੇਰੀ ਪਕਾਈ ਜਗਤਾਰ ਸਿੰਘੜਾ ਜੀ ਕੰਮ ਨਹੀਂ ਹੈ। ਸਾਹਿਬ ਨੇ ਸਵਾਲ ਪੁੱਛਿਆ ਪੋਲੀਟੀਸ਼ੀਅਨਾਂ ਤੇ, ਕੱਲ ਤੁਹਾਡੇ ਪੋਲੀਟੀਸ਼ੀਅਨ ਤੇ ਗਏ ਸੀ 17 ਲੋਕਾਂ ਨੇ ਹੂਟਿੰਗ ਕੀਤੀ ਆ। ਤੇ ਨਹੀਂ ਪੁੱਛਿਆ, ਪੰਜਾਬ ਤੇ ਨਹੀਂ ਪੁੱਛਿਆ। ਕੱਲ ਤੁਹਾਡੇ ਆਗੂ ਗਏ ਸੀਗੇ। ਉਹ ਹੋਸ਼ ਕਰੋ ਸੰਧੂ ਸਾਹਿਬ, ਸਾਰੀ ਡਿਬੇਟ ਨਾ ਖਰਾਬ ਕਰੋ। ਓਕੇ ਓਕੇ ਡਾਕਟਰ ਸੰਧੂ। ਜਗਤਾਰ ਜੀ ਆਪਾਂ ਮੁੱਦੇ ਤੇ ਗੱਲ, ਮੇਰੇ ਕੋਲ ਸਮਾਂ ਵੀ ਨਹੀਂ ਹੈ। ਮੇਰੇ ਕੋਲ ਸਮਾਂ। ਡਾਕਟਰ ਸੰਧੂ ਪਲੀਜ਼। ਡਾਕਟਰ ਸੰਧੂ ਡਾਕਟਰ ਸੰਧੂ ਆਪਾਂ ਨੂੰ ਗੱਲ ਕਹਿਣ ਦੀ ਗੱਲ ਕਹਿਣ ਦੀ ਸਰ, ਉਹਨਾਂ ਨੂੰ ਬੋਲਣਗੇ। ਡਾਕਟਰ ਸੰਧੂ ਇਹ ਤਾਂ ਡਿਬੇਟ ਨਹੀਂ ਹੋ ਪਾਏਗੀ। ਇਹਦਾ ਕੰਮ ਹੀ ਜਗਤਾਰ ਜੀ ਪਲੀਜ਼। ਬਕਵਾਸ ਸਰ ਆਪਣੀ ਗੱਲ, ਜਗਤਾਰ ਜੀ ਆਪਣੀ ਗੱਲ ਕਰੋ ਜੀ। ਕਰੋ ਜਿਹੜੀ ਮੈਂ ਗੱਲ ਸਿੱਧੂ ਸਾਹਿਬ ਕਰ ਰਿਹਾ ਸੀਗਾ ਉਹ ਜੀ ਪਲੀਜ਼। ਓਕੇ ਸੰਧੂ ਸਾਹਿਬ ਤੁਹਾਡੀ ਗੱਲ ਹੋ ਗਈ? ਹੋ ਗਈ ਜੀ, ਆਪਣੀ ਗੱਲ ਕਰੋ ਜਗਤਾਰ ਜੀ। ਜਗਤਾਰ ਜੀ ਡਿਬੇਟ ਖਤਮ ਹੋਣ ਜਾ ਰਹੀ ਹੈ, ਆਪਣੀ ਗੱਲ ਮੁਕੰਮਲ ਕਰੋ ਪਲੀਜ਼। ਮੈਂ ਸਿੱਧੂ ਸਾਹਿਬ ਇਹੀ ਗੱਲ ਕਰ ਰਿਹਾ ਕਿ ਸਿਆਸਤ 'ਚ ਪਹਿਲਾਂ ਹੀ ਨਿਘਾਰ ਬਹੁਤ ਸੀਗਾ। ਕੰਗ ਵਰਗੇ ਮੁੰਡੇ ਜਿਹੜੇ ਆ ਇੱਕਦਮ ਛੱਡ ਕੇ ਆ ਗਏ, ਨਹੀਂ ਤਾਂ ਕਿਹੜਾ ਆਗੂ ਛੱਡਦਾ ਆ। ਅਗਲੇ ਕਹਿੰਦੇ ਚਲੋ ਸਮਝੌਤਾ ਹੋ ਜਾਏਗਾ, ਗੱਲ ਟਲ ਜਾਏਗੀ, ਮੈਂ ਕਾਹਨੂੰ ਆਪਣਾ ਕਰੀਅਰ ਖਰਾਬ ਕਰਾਂ। ਓਕੇ ਮਿਹਰਬਾਨੀ ਥਿੰਕਿੰਗ ਬੰਦਿਆਂ ਦੇ ਵਿੱਚ, ਕਿਉਂਕਿ ਥੈਂਕ ਯੂ ਵੈਰੀ ਮਚ। ਬਹੁਤ ਜ਼ਿਆਦਾ ਆ ਗਿਆ। ਥੈਂਕ ਯੂ ਜੀ ਸਿੰਘੜਾ ਜੀ, ਥੈਂਕ ਯੂ ਵੈਰੀ ਮਚ। ਕਿਸਾਨੀ ਦੇ ਮੁੱਦਿਆਂ ਤੇ ਆਉਣ ਲਈ ਮੈਂ ਸਿੰਘੜਾ ਜੀ, ਡਾਕਟਰ ਸੰਧੂ ਤੇ ਕੰਗ ਸਾਹਿਬ ਤਿੰਨਾਂ ਦਾ ਧੰਨਵਾਦੀ ਤਾਂ ਹਾਂ ਹੀ। ਬਹਿਸ ਦੌਰਾਨ ਆਪਣੀ ਆਪਣੀ ਰਾਏ ਹੋ ਸਕਦੀ ਹੈ, ਪਰ ਇੱਕ ਗੱਲ ਤੇ ਜਿਹੜੀ ਸਹਿਮਤੀ ਹੈ ਕੇਵਲ ਪੰਜਾਬ ਦੀ ਜਾਂ ਹਰਿਆਣਾ ਦੀ ਨਹੀਂ, ਸਮੁੱਚੇ ਦੇਸ਼ ਦੇ ਆਮ ਲੋਕਾਂ ਦੀ, ਕਿ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨੀ ਦੀ ਆਵਾਜ਼ ਸੁਣਨੀ ਪਏਗੀ। ਦਿੱਲੀ 'ਚ ਬੈਠ ਕੇ ਕਿਸਾਨ ਤੇ ਉਹਨਾਂ ਦੇ ਆਗੂ ਜਦੋਂ ਇਸ ਵੇਲੇ ਆਖ ਰਹੇ ਹੈ ਕਿ ਅਸੀਂ ਜਿੱਤ ਕੇ ਮੁੜਾਂਗੇ, ਇੰਜ ਖਾਲੀ ਹੱਥ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ। ਲੱਗਦਾ ਇੰਜ ਆ ਕਿ ਪੂਰਾ ਹਿੰਦੁਸਤਾਨ ਇਸ ਆਵਾਜ਼ ਤੇ ਇਸ ਹੋਕੇ ਦੇ ਨਾਲ ਖੜਾ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਮੁੜ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।